ਸਟਾਰਟ। ਪੁਰਾਣਾ ਵਿੱਚ ਕਿਹਾ ਗਿਆ ਹੈ ਕਿ ਦੇਵਤੇ ਦਾਨਵਾਂ ਤੋਂ ਜਦ ਵੀ ਹਾਰੇ ਤਾਂ ਉਸ ਦਾ ਕਾਰਨ ਉਹਨਾਂ ਦਾ ਅਸੰਗਠਿਤ ਹੋਣਾ ਰਿਹਾ। ਡੰਡੀ ਉਹ ਸੰਗਠਿਤ ਇਸ ਲਈ ਨਹੀਂ ਹੋ ਪਾਉਂਦੇ ਕਿਉਂਕਿ ਹਰੇਕ ਦੇਵਤੇ ਨੂੰ ਆਪਣੀ ਤਾਕਤ ਤੇ ਹੰਕਾਰ ਸੀ। ਡੰਡੀ ਇਸ ਕਾਰਨ ਕਈ ਵਾਰ ਉਹ ਇੱਕ ਦੂਜੇ ਨਾਲ ਤਾਲਮੇਲ ਸਥਾਪਿਤ ਨਹੀਂ ਕਰ ਪਾਉਂਦੇ ਸਨ। ਡੰਡੀ ਇਸ ਦਾ ਮਤਲਬ ਇਹ ਹੈ ਕਿ ਜਦ ਵਿਅਕਤੀ 'ਚ ਹੰਕਾਰ ਆ ਜਾਂਦਾ ਹੈ ਤਾਂ ਉਹ ਉਸ ਦੇ ਸਾਰੇ ਚੰਗੇ ਗੁਣਾਂ ਨੂੰ ਢੱਕ ਲੈਂਦਾ ਹੈ। ਡੰਡੀ ਜਿਸ ਤਰ੍ਹਾਂ ਅੱਖਾਂ ਵਿੱਚ ਜੇਕਰ ਤਿਣਕਾ ਪੈ ਜਾਵੇ ਤਾਂ ਸਾਰਾ ਸੰਸਾਰ ਧੁੰਦਲਾ ਜਿਹਾ ਦਿਸਣ ਲੱਗਦਾ ਹੈ। ਡੰਡੀ ਉਸੇ ਤਰ੍ਹਾਂ ਹੰਕਾਰ ਵੀ ਮਨੁੱਖ ਨੂੰ ਦੁਨੀਆ ਤੋਂ ਅਲੱਗ ਕਰ ਦਿੰਦਾ ਹੈ। ਡੰਡੀ ਜ਼ਿਆਦਾਤਰ ਸਦਗੁਣੀ ਵਿਅਕਤੀ ਇਸ ਹੰਕਾਰ ਤੋਂ ਗ੍ਰਸਤ ਹੁੰਦੇ ਹਨ। ਡੰਡੀ ਇਸੇ ਕਾਰਨ ਮਾੜੇ ਅਨਸਰਾਂ ਦੀ ਬਜਾਏ ਸੱਜਣ ਤੇ ਗੁਣਵਾਨ ਵਿਅਕਤੀ ਜ਼ਿਆਦਾ ਅਸੰਗਠਿਤ ਹੁੰਦੇ ਹਨ। ਡੰਡੀ ਉਹਨਾਂ ਵਿੱਚ ਨਾ ਤਾਂ ਮੇਲ ਜੋਲ ਪਨਪਦਾ ਹੈ ਅਤੇ ਨਾ ਹੀ ਨਿੱਘ ਵਿਕਸਿਤ ਹੋ ਪਾਉਂਦਾ ਹੈ। ਡੰਡੀ ਜਦ ਲੋਕ ਆਪਣੀਆਂ ਪ੍ਰਾਪਤੀਆਂ ਦਾ ਵਖਿਆਨ ਕਰਦੇ ਹਨ ਤਾਂ ਉਹਨਾਂ ਵਿੱਚ ਹੰਕਾਰ ਦੇ ਭਾਵ ਹੀ ਪ੍ਰਗਟ ਹੁੰਦੇ ਹਨ। ਡੰਡੀ ਇਸੇ ਤਰ੍ਹਾਂ ਜਦ ਕੋਈ ਆਪਣੇ ਗਿਆਨ ਦਾ ਵਖਿਆਨ ਕਰਦਾ ਹੈ ਤਾਂ ਵੀ ਹੰਕਾਰ ਦਾ ਭਾਵ ਪ੍ਰਗਟ ਹੁੰਦਾ ਹੈ। ਡੰਡੀ ਗੀਤਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ ਕਿ ਜਦ ਕੋਈ ਕਾਮਨਾ ਦੀ ਪੂਰਤੀ ਨਹੀਂ ਹੁੰਦੀ ਤਾਂ ਕ੍ਰੋਧ ਉਤਪੰਨ ਹੁੰਦਾ ਹੈ। ਡੰਡੀ ਕ੍ਰੋਧ ਨਾਲ ਲੋਭ ਤੇ ਲੋਭ ਨਾਲ ਮੋਹ ਅਤੇ ਫਿਰ ਹੰਕਾਰ ਪੈਦਾ ਹੁੰਦਾ ਹੈ। ਡੰਡੀ ਇਸ ਲਈ ਸਾਨੂੰ ਸਬਰ, ਸ਼ੁਕਰਾਨਾ, ਸ਼ਾਲੀਨਤਾ ਵਰਗੀਆਂ ਖਾਸੀਅਤਾਂ ਦੇ ਨਾਲ ਮਾਣ ਜਾਂ ਹੋਰਾਂ ਨਾਲ ਆਪਣੀ ਤੁਲਨਾ ਕਰਨ ਦਾ ਅਹਿਸਾਸ ਨਹੀਂ ਜੋੜਨਾ ਚਾਹੀਦਾ। ਡੰਡੀ ਅਜਿਹਾ ਹੋਣ ਤੇ ਹੰਕਾਰ ਸਾਨੂੰ ਵੀ ਸ਼ਿਕਾਰ ਬਣਾ ਲਵੇਗਾ। ਡੰਡੀ ਇਸ ਹੰਕਾਰ ਕਾਰਨ ਮਨੁੱਖ ਜਾਤੀ ਦਾ ਜਿੰਨਾ ਨੁਕਸਾਨ ਹੋਇਆ ਹੈ ਓਨਾ ਹੁਣ ਤੱਕ ਕਿਸੇ ਹੋਰ ਕਾਰਨ ਨਹੀਂ ਹੋਇਆ ਹੈ। ਡੰਡੀ ਨਾ ਭੁੱਖ, ਨਾ ਬਿਮਾਰੀ, ਨਾ ਹੜ੍ਹ ਤੇ ਨਾ ਹੀ ਸੋਕੇ ਨਾਲ ਅਤੇ ਨਾ ਹੀ ਰੋਗ ਤੇ ਨਾ ਹੀ ਕਮਜ਼ੋਰੀ ਨਾਲ। ਡੰਡੀ ਇਹਨਾਂ 'ਚੋਂ ਕਿਸੇ ਵੀ ਕਾਰਨ ਦੁਨੀਆ ਵਿੱਚ ਇੰਨੇ ਲੋਕ ਬਰਬਾਦ ਨਹੀਂ ਹੋਏ ਜਿੰਨੇ ਹੰਕਾਰ ਦੇ ਟਕਰਾਰ ਕਾਰਨ ਨਸ਼ਟ ਹੋਏ ਹਨ। ਡੰਡੀ ਅਸਲ ਵਿੱਚ ਦੇਖੀਏ ਤਾਂ ਆਪਸੀ ਸੰਘਰਸ਼, ਟਕਰਾਅ ਜਾਂ ਯੁੱਧ ਹੰਕਾਰ ਦਾ ਹੀ ਕ੍ਰਮਵਾਰ ਹੁੰਦਾ ਗਿਆ ਵਿਕਾਸ ਹਨ। ਡੰਡੀ ਇਸ ਲਈ ਸਾਨੂੰ ਹਰ ਹਾਲ ਵਿੱਚ ਹੰਕਾਰ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਡੰਡੀ ਜੇਕਰ ਅਸੀਂ ਇਸ ਤੋਂ ਕਿਨਾਰਾ ਨਹੀਂ ਕਰਾਂਗੇ ਤਾਂ ਇਹ ਪੈਰ ਪੈਰ 'ਤੇ ਸਾਨੂੰ ਮੁਸੀਬਤਾਂ 'ਚ ਫਸਾਵੇਗਾ। ਡੰਡੀ ਭਾਰਤ ਤੇ ਚੀਨ ਵਿਚਾਲੇ ਲੱਦਾਖ ਵਿੱਚ ਟਕਰਾਅ ਵਾਲੇ ਇਲਾਕਿਆਂ 'ਚੋਂ ਫੌਜਾਂ ਦੀ ਵਾਪਸੀ ਨੂੰ ਲੈ ਕੇ ਹੋਣ ਜਾ ਰਹੀ ਗੱਲਬਾਤ ਤੋਂ ਉਮੀਦ ਮੁਤਾਬਕ ਨਤੀਜੇ ਹਾਸਲ ਹੋਣ ਬਾਰੇ ਫਿਲਹਾਲ ਕੁਝ ਕਹਿਣਾ ਮੁਸ਼ਕਲ ਹੈ ਕਿਉਂਕਿ ਚੀਨ ਦੀ ਹਾਕਮ ਜਮਾਤ ਮੁਸ਼ਕਲ ਨਾਲ ਹੀ ਅੜੀਅਲ ਰਵੱਈਆ ਛੱਡਣ ਨੂੰ ਤਿਆਰ ਹੁੰਦੀ ਹੈ। ਡੰਡੀ ਇਸ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ ਕਿ ਪੈਂਗੋਂਗ ਝੀਲ ਦੇ ਕਿਨਾਰਿਆਂ ਤੋਂ
ਫੌਜਾਂ ਨੂੰ ਪਿੱਛੇ ਲੈ ਕੇ ਜਾਣ ਨੂੰ ਲੈ ਕੇ ਸਹਿਮਤੀ ਕਈ ਦੌਰ ਦੀ ਵਾਰਤਾ ਤੋਂ ਬਾਅਦ ਹੀ ਬਣ ਸਕੀ ਡੰਡੀ। ਇਹ ਹਕੀਕਤ ਹੈ ਕਿ ਚੀਨ ਦੀ ਆਕੜ ਢਿੱਲੀ ਪੈ ਚੁੱਕੀ ਹੈ ਅਤੇ ਉਹ ਇਸ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੋ ਚੁੱਕਾ ਹੈ ਕਿ ਭਾਰਤ ਉਸ ਨੂੰ ਕੋਈ ਢਿੱਲ ਦੇਣ ਵਾਲਾ ਨਹੀਂ ਹੈ ਡੰਡੀ। ਇਸ ਦੇ ਬਾਵਜੂਦ ਉਸ ਦੇ ਇਰਾਦੇ ਅਜੇ ਵੀ ਸ਼ੱਕ ਪ੍ਰਗਟਾਉਂਦੇ ਹਨ ਡੰਡੀ। ਬਿਨਾਂ ਸ਼ੱਕ ਚੀਨ ਇਸ ਨੂੰ ਲੈ ਕੇ ਵੀ ਚੰਗੀ ਜਾਣੂ ਹੈ ਕਿ ਅੱਜ ਦਾ ਭਾਰਤ ਉਹ ਨਹੀਂ ਜੋ ਉਸ ਦੀ ਦਾਦਾਗਿਰੀ ਸਹਿਣ ਕਰਨ ਲਈ ਤਿਆਰ ਹੋ ਜਾਵੇ ਡੰਡੀ। ਭਾਰਤ ਨੇ ਹਿੰਦ ਮਹਾਸਾਗਰ ਦੇ ਨਾਲ ਦੱਖਣੀ ਚੀਨ ਸਾਗਰ ਅਤੇ ਕਰੋਨਾ ਵਾਇਰਸ ਦੀ ਡੂੰਘੀ ਜਾਂਚ ਦੇ ਮਾਮਲੇ ਵਿੱਚ ਜਿਹੜਾ ਰਵੱਈਆ ਅਪਣਾ ਰੱਖਿਆ ਹੈ ਉਹ ਚੀਨ ਨੂੰ ਸਪਸ਼ਟ ਸੰਦੇਸ਼ ਦੇਣ ਲਈ ਕਾਫੀ ਹੈ ਡੰਡੀ। ਦੇਖਣ ਵਾਲੀ ਗੱਲ ਇਹ ਹੈ ਕਿ ਉਹ ਸਹੀ ਸੰਦੇਸ਼ ਗ੍ਰਹਿਣ ਕਰਦਾ ਹੈ ਜਾਂ ਨਹੀਂ। ਪ੍ਰਸ਼ਨ ਚਿੰਨ੍ਹ ਜੋ ਵੀ ਹੋਵੇ, ਇੱਕ ਗੱਲ ਤਾਂ ਮੰਨਣ ਵਾਲੀ ਹੈ ਕਿ ਚੀਨ ਭਰੋਸੇ ਲਾਇਕ ਨਹੀਂ ਰਹਿ ਗਿਆ ਹੈ ਡੰਡੀ। ਸੱਚਾਈ ਤਾਂ ਇਹ ਹੈ ਕਿ ਚੀਨ ਨੇ ਹਮੇਸ਼ਾ ਭਾਰਤ ਦੀ ਪਿੱਠ 'ਚ ਛੁਰਾ ਹੀ ਮਾਰਿਆ ਹੈ ਡੰਡੀ। ਪਰ ਹਿੰਦੀ ਚੀਨੀ ਭਾਈ ਭਾਈ ਦੇ ਨਾਅਰੇ ਲਾਉਣ ਵਾਲੇ ਚੀਨ ਨੇ 1962 'ਚ ਭਾਰਤ 'ਤੇ ਹਮਲਾ ਕਰਕੇ ਆਪਣੀ ਦਗੇਬਾਜ਼ੀ ਦਾ ਸਬੂਤ ਦਿੱਤਾ ਸੀ, ਜਿਸ ਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ ਡੰਡੀ। ਚੀਨ ਨੂੰ ਕਾਬੂ ਵਿੱਚ ਰੱਖਣ ਲਈ ਜਿੱਥੇ ਇਹ ਜ਼ਰੂਰੀ ਹੈ ਕਿ ਸਰਹੱਦਾਂ 'ਤੇ ਬਹੁਤ ਚੌਕਸੀ ਰੱਖੀ ਜਾਵੇ, ਉੱਥੇ ਹੀ ਇਹ ਵੀ ਕਿ ਉਸ ਦੇ ਉੱਥੋਂ ਹੋਣ ਵਾਲੀ ਦਰਾਮਦ 'ਤੇ ਨਿਰਭਰਤਾ ਘਟਾਈ ਜਾਵੇ ਡੰਡੀ। ਹਾਲਾਂਕਿ ਗਲਵਾਨਵਾਦੀ ਦੀ ਘਟਨਾ ਤੋਂ ਬਾਅਦ ਇਸ ਦਿਸ਼ਾ ਵਿੱਚ ਕਦਮ ਚੁੱਕੇ ਜਾਣੇ ਸ਼ੁਰੂ ਕਰ ਦਿੱਤੇ ਗਏ ਸਨ, ਪਰ ਹਾਲੇ ਉਮੀਦ ਮੁਤਾਬਕ ਨਤੀਜੇ ਹਾਸਲ ਨਹੀਂ ਹੋ ਸਕੇ ਹਨ ਡੰਡੀ। ਲੱਦਾਖ ਵਿੱਚ ਚੀਨੀ ਫੌਜ ਦੀ ਹਰਕਤ ਨਾਲ ਪੈਦਾ ਹੋਇਆ ਤਣਾਅ ਅਤੇ ਕੋਵਿਡ ਮਹਾਮਾਰੀ ਕਾਰਨ ਲੰਘੇ ਸਾਲ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਵਪਾਰ 'ਚ ਕੁਝ ਕਮੀ ਜ਼ਰੂਰ ਆਈ ਹੈ ਅਤੇ ਹੁਣ ਵੀ ਅਸੰਤੁਲਨ ਬਣਿਆ ਹੋਇਆ ਹੈ, ਕਿਉਂਕਿ ਪਲੜਾ ਚੀਨ ਦੇ ਪੱਖ 'ਚ ਵੱਧ ਝੁਕਿਆ ਹੋਇਆ ਹੈ ਡੰਡੀ। ਬੀਤੇ ਦਿਨੀ ਦਿੱਲੀ ਦੇ ਇੱਕ ਇਲਾਕੇ 'ਚ ਸੀਵਰ ਟੈਂਕ ਦੀ ਸਫਾਈ ਕਰ ਰਹੇ ਦੋ ਮਜ਼ਦੂਰਾਂ ਦੀ ਮੌਤ ਨੇ ਫਿਰ ਸੱਭਿਅਕ ਸਮਾਜ ਨੂੰ ਸ਼ਰਮਸਾਰ ਕੀਤਾ ਡੰਡੀ। ਸਫਾਈ ਕਰਮਚਾਰੀਆਂ ਲਈ ਅੰਦੋਲਨ ਚਲਾ ਰਹੇ ਵਿਲਸਨ ਇਸ ਨੂੰ ਮੌਤ ਦੀ ਬਜਾਏ ਕਤਲ ਗਰਦਾਨ ਰਹੇ ਹਨ ਡੰਡੀ। 25 ਮਾਰਚ ਦੀ ਰਾਤ ਨੂੰ ਸੈਪਟਿਕ ਟੈਂਕ ਦੀ ਸਫਾਈ ਕਰਵਾਈ ਜਾ ਰਹੀ ਸੀ ਡੰਡੀ। ਪੁਲਿਸ ਦੀ ਤਫਤੀਸ਼ 'ਚ ਪਤਾ ਲੱਗਾ ਕਿ ਦੋਵੇਂ ਮਜ਼ਦੂਰ ਬਗੈਰ ਸੁਰੱਖਿਆ ਸਾਜੋ ਸਮਾਨ ਦੇ ਟੈਂਕ ਦੇ ਅੰਦਰ ਉਤਰੇ ਸਨ ਡੰਡੀ। ਪਰਿਵਾਰ ਦੇਰ ਰਾਤ ਤੱਕ ਉਹਨਾਂ ਦੇ ਆਉਣ ਦੀ ਉਡੀਕ ਕਰਦਾ ਰਿਹਾ, ਪਰ ਦੋਵਾਂ ਦੀ ਮੌਤ ਦੀ ਖਬਰ ਆਈ ਡੰਡੀ। ਰਾਜਧਾਨੀ ਦੇ ਵਿੱਚੋਂ ਵਿੱਚ ਵਾਪਰੀ ਇਸ ਘਟਨਾ ਨੇ ਇਹ ਦੱਸਿਆ ਕਿ ਸੁਪਰੀਮ ਕੋਰਟ ਤੇ ਕੇਂਦਰ ਸਰਕਾਰ ਦੁਆਰਾ ਸਮੇਂ-ਸਮੇਂ ਜਾਰੀ ਕੀਤੀਆਂ ਜਾਂਦੀਆਂ ਚੇਤਾਵਨੀਆਂ ਦੀ ਕਿਸ ਤਰ੍ਹਾਂ ਅਣਦੇਖੀ ਕੀਤੀ ਜਾਂਦੀ ਹੈ ਡੰਡੀ। ਨਾਲ-ਨਾਲ ਮੈਲਾ ਚੁੱਕਣ ਵਾਲੇ ਕਰਮਚਾਰੀਆਂ ਦੇ ਨਿਯੋਜਨ ਅਤੇ ਉਹਨਾਂ ਦੇ ਮੁੜ ਵਸੇਬੇ ਸੰਬੰਧੀ
ਸੰਬੰਧੀ ਐਕਟ 2013 ਤਹਿਤ ਬਿਨਾਂ ਢੁਕਵੇਂ ਸੁਰੱਖਿਆ ਸਾਜੋ ਸਮਾਨ ਦੇ ਸੀਵਰ ਜਾਂ ਸੈਪਟਿਕ ਟੈਂਕ ਦੇ ਅੰਦਰ ਜਾਣ 'ਤੇ ਰੋਕ ਹੈ ਡੰਡੀ। ਸੈਪਟਿਕ ਟੈਂਕ ਦੀ ਸਫਾਈ 'ਚ 21 ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ ਡੰਡੀ। ਇਸ 'ਚ ਵਿਸ਼ੇਸ਼ ਸੂਟ, ਆਕਸੀਜਨ ਸਿਲੰਡਰ, ਸੇਫਟੀ ਬੈਲਟ ਆਦਿ ਸਾਜੋ ਸਮਾਨ ਸ਼ਾਮਲ ਹਨ ਡੰਡੀ। ਇੰਨਾ ਹੀ ਨਹੀਂ, ਹੰਗਾਮੀ ਹਾਲਤ ਲਈ ਐਂਬੂਲੈਂਸ ਨੂੰ ਪਹਿਲਾਂ ਸੂਚਿਤ ਕਰਨ ਦੀ ਵਿਵਸਥਾ ਵੀ ਹੈ ਡੰਡੀ। ਕੇਂਦਰ ਸਰਕਾਰ ਦੁਆਰਾ ਆਜ਼ਾਦੀ ਦੇ 75 ਸਾਲ ਦੇ ਜਸ਼ਨਾਂ ਮੌਕੇ ਅੰਮ੍ਰਿਤ ਮਹਾਉਤਸਵ ਦੇ ਦੇਸ਼ ਪੱਧਰੀ ਪ੍ਰੋਗਰਾਮ ਕੀਤੇ ਜਾ ਰਹੇ ਹਨ ਡੰਡੀ। ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮਨਾਉਣ ਦਾ ਵੀ ਇਹ ਸਾਲ ਹੈ ਡੰਡੀ। ਸਾਬਰਮਤੀ ਆਸ਼ਰਮ ਵਾਸੀਆਂ ਲਈ ਜ਼ਰੂਰੀ ਸ਼ਰਤ ਸੀ ਕਿ ਸਾਰੇ ਆਪਣਾ ਪਖਾਨਾ ਆਪ ਸਾਫ਼ ਕਰਨਗੇ ਡੰਡੀ। ਪਾਰਾ ਦੁਖਦਾਈ ਗੱਲ ਹੈ ਕਿ ਗਾਂਧੀ ਜੀ ਦੀ ਇਸ ਭਾਵਨਾ ਨੂੰ ਉਹਨਾਂ ਦੇ ਸੁਪਨਿਆਂ ਦੇ ਭਾਰਤ ਵਿੱਚ ਨਹੀਂ ਸਮਝਿਆ ਗਿਆ ਡੰਡੀ। ਆਏ ਦਿਨ ਸੀਵਰ ਦੀ ਸਫਾਈ ਦੌਰਾਨ ਮਜ਼ਦੂਰਾਂ ਦੀ ਮੌਤ ਦੀ ਸੂਚਨਾ ਸਮੁੱਚੇ ਦੇਸ਼ ਤੋਂ ਆਉਂਦੀ ਹੀ ਰਹਿੰਦੀ ਹੈ ਡੰਡੀ। ਤਰਾਸਦੀ ਇਹ ਹੈ ਕਿ ਜ਼ਹਿਰੀਲੇ ਗੈਸ ਚੈਂਬਰਾਂ 'ਚ ਹੋ ਰਹੀਆਂ ਇੱਕ ਤੋਂ ਬਾਅਦ ਇੱਕ ਮੌਤਾਂ ਦੇ ਵਿਰੋਧ ਵਿੱਚ ਨਾ ਤਾਂ ਕੋਈ ਕੈਂਡਲ ਮਾਰਚ ਕੱਢਦਾ ਹੈ ਅਤੇ ਨਾ ਹੀ ਇਹ ਮੁੱਦਾ ਕੌਮੀ ਬਹਿਸ ਦਾ ਵਿਸ਼ਾ ਬਣ ਪਾਉਂਦਾ ਹੈ ਡੰਡੀ। ਸੰਸਦ ਮੈਂਬਰ ਜਯਾ ਬੱਚਨ ਨੇ ਠੀਕ ਹੀ ਕਿਹਾ ਹੈ ਕਿ ਵਿਕਾਸ ਦੇ ਤਮਾਮ ਦਾਅਵਿਆਂ ਦੌਰਾਨ ਕਿੱਥੇ ਤਾਂ ਲੋਕ ਚੰਦਰਮਾ 'ਤੇ ਮੰਗਲ 'ਤੇ ਪੁੱਜਣ ਦੀਆਂ ਗੱਲਾਂ ਕਰਦੇ ਹਨ, ਪਰ ਦੁਖਦ ਇਹ ਹੈ ਕਿ ਅਸੀਂ ਇਸ ਮਾੜੀ ਪ੍ਰਥਾ ਨੂੰ ਅਜੇ ਤੱਕ ਸਮਾਪਤ ਨਹੀਂ ਕਰ ਸਕੇ ਹਾਂ ਡੰਡੀ। ਕੇਂਦਰ ਸਰਕਾਰ ਨੇ ਮੰਨਿਆ ਕਿ ਬੀਤੇ 5 ਸਾਲਾਂ 'ਚ ਨਾਲਿਆਂ ਤੇ ਟੈਂਕਾਂ ਦੀ ਸਫਾਈ ਦੌਰਾਨ 340 ਲੋਕਾਂ ਦੀ ਜਾਨ ਗਈ ਹੈ ਡੰਡੀ। ਇਹਨਾਂ 'ਚੋਂ 270 ਦੇ ਵਾਰਸਾਂ ਨੂੰ ਹੀ ਮੁਆਵਜ਼ਾ ਮਿਲ ਸਕਿਆ ਹੈ ਡੰਡੀ। ਅੰਮ੍ਰਿਤ ਮਹਾਉਤਸਵ ਉਦੋਂ ਹੀ ਕਾਰਗਰ ਸਿੱਧ ਹੋਵੇਗਾ ਜਦ ਇਸ ਸਾਲ ਮਾਨਵਤਾ ਦੇ ਨਾਂ 'ਤੇ ਇਸ ਕਲੰਕ ਨੂੰ ਮਿਟਾਉਣ ਦਾ ਸੰਕਲਪ ਲਿਆ ਜਾਵੇ ਡੰਡੀ। ਸਟਾਰਟ। ਕੇਂਦਰ ਸਰਕਾਰ ਨੇ ਬਜਟ 2021 ਦੇ ਨਾਲ ਵਹੀਕਲ ਸਕ੍ਰੈਪ ਪਾਲਿਸੀ ਵੀ ਲਿਆਂਦੀ ਹੈ ਡੰਡੀ। ਵਹੀਕਲ ਸਕ੍ਰੈਪ ਦਾ ਮਤਲਬ ਹੈ ਕਿ ਸੜਕ 'ਤੇ ਚੱਲਦੇ ਕਿਸੇ ਵਾਹਨ ਨੂੰ ਮਿੱਥੇ ਸਮੇਂ ਤੋਂ ਬਾਅਦ ਤੋੜ ਭੰਨ ਕੇ ਕਬਾੜ ਬਣਾ ਦੇਣਾ ਡੰਡੀ। ਇਸ ਨੀਤੀ ਮੁਤਾਬਕ 15 ਸਾਲ ਪੁਰਾਣੇ ਕਿਰਾਏ ਭਾੜੇ ਵਾਲੇ ਕਮਰਸ਼ੀਅਲ ਵਾਹਨ ਤੇ 20 ਸਾਲ ਪੁਰਾਣੇ ਨਿੱਜੀ ਵਾਹਨਾਂ ਨੂੰ ਸਕ੍ਰੈਪ ਕੀਤਾ ਜਾਵੇਗਾ ਡੰਡੀ। ਯਾਨੀ ਕਿ ਇਹਨਾਂ ਨੂੰ ਸੜਕ 'ਤੇ ਨਹੀਂ ਚੱਲਣ ਦਿੱਤਾ ਜਾਵੇਗਾ ਡੰਡੀ। ਫਿਲਹਾਲ ਇਹ ਪਾਲਿਸੀ ਲਾਜ਼ਮੀ ਨਹੀਂ ਕੀਤੀ ਗਈ ਹੈ ਅਤੇ ਇਸ ਨੂੰ ਸਵੈ ਇੱਛਕ ਰੱਖਿਆ ਗਿਆ ਹੈ ਡੰਡੀ। ਇਸ ਦਾ ਮਤਲਬ ਇਹ ਹੈ ਕਿ ਜੇ ਮਾਲਕ ਆਪਣੇ ਵਾਹਨ ਨੂੰ ਸਕ੍ਰੈਪ ਨਹੀਂ ਕਰਵਾਉਣਾ ਚਾਹੁੰਦਾ ਅਤੇ ਚਲਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਉਸ ਦਾ ਹਰ 6 ਮਹੀਨੇ ਬਾਅਦ ਫਿਟਨੈਸ ਟੈਸਟ ਕਰਵਾਉਣਾ ਪਵੇਗਾ ਡੰਡੀ। ਇਸ ਲਈ ਅਜੇ ਸਰਕਾਰ ਕੋਲ ਸਿਰਫ 7 ਆਟੋਮੈਟਿਕ ਫਿਟਨੈਸ ਸੈਂਟਰ ਹਨ, ਪਰ ਦੇਸ਼ ਵਿੱਚ 718 ਜ਼ਿਲ੍ਹੇ ਅਜਿਹੇ ਹਨ ਜਿੱਥੇ ਨਵੇਂ ਫਿਟਨੈਸ ਸੈਂਟਰਾਂ ਨੂੰ ਖੋਲ੍ਹਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ ਡੰਡੀ। ਸਰਕਾਰੀ ਅਨੁਮਾਨ ਮੁਤਾਬਕ ਤਕਰੀਬਨ 20
23 ਤੱਕ ਇਹ ਪ੍ਰਕਿਰਿਆ ਕਾਫੀ ਹੱਦ ਤੱਕ ਨਿਯਮਤ ਰੂਪ 'ਚ ਪੂਰੀ ਹੋ ਜਾਵੇਗੀ। ਡੰਡੀ ਹੁਣ ਉਤਸੁਕਤਾ ਪੈਦਾ ਹੁੰਦੀ ਹੈ ਕਿ ਕਿੰਨੇ ਕੁ ਵਾਹਨ ਹਨ ਜੋ ਇਸ ਪਾਲਿਸੀ ਦੇ ਆਉਣ ਨਾਲ ਸੜਕਾਂ ਤੋਂ ਬਾਹਰ ਹਟ ਜਾਣਗੇ। ਡੰਡੀ ਇੱਕ ਅਨੁਮਾਨ ਮੁਤਾਬਕ ਤਕਰੀਬਨ 51 ਲੱਖ ਲਾਈਟ ਮੋਟਰ ਵਹੀਕਲ ਅਤੇ ਕਾਰਾਂ ਅਜਿਹੀਆਂ ਹਨ ਜੋ 20 ਸਾਲਾਂ ਤੋਂ ਉੱਤੇ ਹਨ ਅਤੇ 34 ਲੱਖ 15 ਤੋਂ 20 ਸਾਲ ਦੇ ਵਿਚਕਾਰ ਹਨ। ਡੰਡੀ ਇਸ ਦੇ ਨਾਲ ਹੀ 17 ਲੱਖ ਕਮਰਸ਼ੀਅਲ ਵਾਹਨ ਵੀ ਸੜਕਾਂ 'ਤੇ ਚੱਲ ਰਹੇ ਹਨ। ਡੰਡੀ ਜੇ ਇਹਨਾਂ ਨੂੰ ਚਲਾਉਣਾ ਹੈ ਤਾਂ ਆਟੋਮੈਟਿਕ ਫਿਟਨੈਸ ਸੈਂਟਰ ਵਿੱਚ ਉਹਨਾਂ ਦੀ ਚੈਕਿੰਗ ਕਰਵਾਉਣੀ ਜ਼ਰੂਰੀ ਹੋਵੇਗੀ, ਜਿਸ ਤੋਂ ਇਹ ਪਤਾ ਲੱਗੇਗਾ ਕਿ ਵਾਹਨ ਸੜਕ 'ਤੇ ਚੱਲਣ ਦੇ ਯੋਗ ਹੈ ਜਾਂ ਨਹੀਂ। ਡੰਡੀ ਜੇ ਵਾਹਨ ਚੱਲਣ ਯੋਗ ਹੈ ਤਾਂ ਉਸ ਨੂੰ ਫਿਟਨੈਸ ਸਰਟੀਫਿਕੇਟ ਦਿੱਤਾ ਜਾਵੇਗਾ, ਨਹੀਂ ਤਾਂ ਉਸ ਦੀ ਰਜਿਸਟ੍ਰੇਸ਼ਨ ਰੱਦ ਕਰਕੇ ਸਕ੍ਰੈਪ ਯਾਰਡ ਵਿੱਚ ਭੇਜ ਦਿੱਤਾ ਜਾਵੇਗਾ। ਡੰਡੀ ਇਸ ਵੇਲੇ ਦੇਸ਼ ਵਿੱਚ ਸਿਰਫ 2 ਸਕ੍ਰੈਪ ਯਾਰਡ ਹਨ। ਡੰਡੀ ਭਾਰਤ 'ਚ ਮੱਧ ਵਰਗੀ ਲੋਕ ਵਰ੍ਹਿਆਂ ਦੀ ਜਮ੍ਹਾਂ ਪੂੰਜੀ ਤੋਂ ਬਾਅਦ ਹੀ ਕੋਈ ਵਾਹਨ ਖਰੀਦਣ ਜੋਗੇ ਹੁੰਦੇ ਹਨ। ਡੰਡੀ ਕਈ ਲੋਕ ਤਾਂ ਸੈਕਿੰਡ ਹੈਂਡ ਵਹੀਕਲ ਹੀ ਖਰੀਦਦੇ ਹਨ। ਡੰਡੀ ਕੁਝ ਸਾਲਾਂ ਬਾਅਦ ਜੇ ਉਹਨਾਂ ਦਾ ਵਹੀਕਲ ਸਕ੍ਰੈਪ ਹੋ ਜਾਵੇ ਤਾਂ ਉਹ ਦੂਜੇ ਲੈਣ ਦੇ ਸਮਰੱਥ ਨਹੀਂ ਹੁੰਦੇ। ਡੰਡੀ ਇਸ ਸਭ ਦੌਰਾਨ ਕੀ ਲੋਕ ਆਪਣੀ ਮਰਜ਼ੀ ਨਾਲ ਆਪਣੇ ਵਾਹਨ ਨੂੰ ਸਕ੍ਰੈਪ ਕਰਵਾਉਣਾ ਚਾਹੁਣਗੇ। ਡੰਡੀ ਸੋ ਸਰਕਾਰ ਨੇ ਕੁਝ ਇਨਸੈਂਟਿਵ ਵੀ ਦਿੱਤੇ ਹਨ, ਜਿਵੇਂ ਕਿ ਜੋ ਵਾਹਨ ਸਕ੍ਰੈਪ ਵਿੱਚ ਜਾਵੇਗਾ ਉਸ ਦੇ ਨਵੇਂ ਦੇ ਮੁੱਲ ਯਾਨੀ ਕਿ ਬੇਸ ਪ੍ਰਾਈਜ਼ ਦਾ 4 ਤੋਂ 6% ਹੋਵੇਗਾ। ਡੰਡੀ ਅਰਥਾਤ ਜੇ ਮੋਟਰਸਾਈਕਲ ਦੀ ਮੂਲ ਕੀਮਤ 40,000 ਰੁਪਏ ਬਿਨਾਂ GST ਇੰਸ਼ੋਰੈਂਸ ਰਜਿਸਟ੍ਰੇਸ਼ਨ ਹੈ ਤਾਂ ਉਸ ਦਾ 4 ਤੋਂ 6% 1600 ਤੋਂ 2400 ਰੁਪਏ ਹੋਵੇਗਾ। ਡੰਡੀ ਨਾਲ ਹੀ ਜੇ ਕਾਰ ਦਾ ਮੁੱਢਲਾ ਮੁੱਲ ਬੇਸ ਪ੍ਰਾਈਜ਼ ਤਕਰੀਬਨ 6 ਲੱਖ ਰੁਪਏ ਹੈ ਤਾਂ ਉਸ ਦੇ ਮਿਲਣਗੇ 24,000 ਤੋਂ 36,000 ਰੁਪਏ। ਡੰਡੀ ਹੁਣ ਸਵਾਲ ਖੜਾ ਹੁੰਦਾ ਹੈ ਕਿ ਮੋਟਰਸਾਈਕਲ ਸਕ੍ਰੈਪ ਕਰਵਾ ਕੇ ਤਾਂ ਨਵਾਂ ਸਾਈਕਲ ਵੀ ਨਹੀਂ ਆਵੇਗਾ, ਕਾਰ ਗਈ ਤਾਂ ਮੋਟਰਸਾਈਕਲ ਵੀ ਨਹੀਂ ਖਰੀਦਿਆ ਜਾਣਾ। ਡੰਡੀ ਲੋਕਾਂ ਦੀ ਜੋ ਸਵਾਰੀ ਦਾ ਜ਼ਰੀਆ ਹੈ ਉਹ ਵੀ ਖਤਮ ਹੋ ਜਾਵੇਗਾ, ਕਿਉਂਕਿ ਆਮ ਲੋਕਾਂ ਕੋਲ ਇੰਨੀ ਸਮਰੱਥਾ ਨਹੀਂ ਕਿ ਉਹ ਹੋਰ ਪੈਸੇ ਪਾ ਕੇ ਨਵਾਂ ਲੈ ਲੈਣ। ਡੰਡੀ ਇਸ ਦੇ ਨਾਲ ਹੋਰ ਵੀ ਰਿਬੇਟ ਹਨ। ਡੰਡੀ ਜੇ ਕੋਈ ਵੀ ਪੁਰਾਣਾ ਵਾਹਨ ਸਕ੍ਰੈਪ ਕਰਵਾ ਕੇ ਨਵਾਂ ਲੈਂਦਾ ਹੈ ਤਾਂ ਸੂਬਾ ਸਰਕਾਰ ਉਸ ਨੂੰ ਰੋਡ ਟੈਕਸ ਵਿੱਚ ਛੋਟ ਦੇਵੇਗੀ। ਡੰਡੀ ਯਾਨੀ ਕਿ 15% ਕਮਰਸ਼ੀਅਲ ਵਾਹਨ ਤੇ 25% ਨਿੱਜੀ ਵਾਹਨ ਤੇ। ਡੰਡੀ ਉਦਾਹਰਨ ਦੇ ਤੌਰ 'ਤੇ ਜੇ ਰੋਡ ਟੈਕਸ 80,000 ਰੁਪਏ ਹੈ ਤਾਂ 20,000 ਦੀ ਛੋਟ ਮਿਲੇਗੀ। ਡੰਡੀ ਇਸ ਦੇ ਨਾਲ ਹੀ 5% ਡਿਸਕਾਊਂਟ ਜਾਂ ਰਿਆਇਤ ਦੇਣ ਲਈ ਸਰਕਾਰ ਆਟੋ ਕੰਪਨੀਆਂ ਨੂੰ ਐਡਵਾਈਜ਼ਰੀ ਜਾਰੀ ਕਰ ਰਹੀ ਹੈ। ਡੰਡੀ ਮੰਨਣਾ ਜਾਂ ਨਾ ਮੰਨਣਾ ਕੰਪਨੀ 'ਤੇ ਨਿਰਭਰ ਕਰਦਾ ਹੈ। ਡੰਡੀ ਰਜਿਸਟ੍ਰੇਸ਼ਨ ਫੀਸ ਵੀ ਮਾਫ ਕੀਤੀ ਜਾਵੇਗੀ। ਡੰਡੀ ਰਜਿਸਟ੍ਰੇਸ਼ਨ ਵੇਲੇ ਮੁੱਖ ਰੋਡ ਟੈਕਸ ਹੁੰਦਾ ਹੈ ਜਿਹੜਾ ਪ੍ਰਾਈਵੇਟ ਵਾਹਨ ਦੇ ਲਈ ਵਾਹਨ ਦੇ ਮੁੱਲ ਦਾ 9% ਤੋਂ 11% ਹੁੰਦਾ ਹੈ। ਡੰਡੀ 15 ਲੱਖ ਤੋਂ ਹੇਠਾਂ 9% ਅਤੇ ਇਸ ਤੋਂ ਉੱਪਰ 11% ਅਤੇ ਰਜਿਸਟ੍ਰੇਸ਼ਨ ਫੀਸ ਤਾਂ ਤਕਰੀਬਨ 50
500 600 ਰੁਪਏ ਹੁੰਦੀ ਹੈ ਡੰਡੀ। ਇਸ ਦੇ ਉਲਟ ਜੇ ਕੋਈ ਮਾਲਕ ਵਾਹਨ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਹਰ 6 ਮਹੀਨਿਆਂ ਬਾਅਦ ਫਿਟਨੈਸ ਸਰਟੀਫਿਕੇਟ ਲੈਣਾ ਪਵੇਗਾ ਡੰਡੀ। ਇਸ ਤੋਂ ਇਲਾਵਾ ਰੀਨਿਊਅਲ ਫੀਸ ਵੀ ਕਾਫੀ ਵਧਾ ਦਿੱਤੀ ਗਈ ਹੈ ਡੰਡੀ। ਨਾਲ ਹੀ ਗ੍ਰੀਨ ਟੈਕਸ ਵੀ ਲਗਾ ਦਿੱਤਾ ਗਿਆ ਹੈ ਡੰਡੀ। ਮਿਸਾਲ ਵਜੋਂ ਜੇ ਕਿਸੇ ਕੋਲ 2002 ਮਾਡਲ ਨਿੱਜੀ ਵਾਹਨ ਹੈ ਜਿਵੇਂ ਹੋਂਡਾ ਸਿਟੀ ਕਾਰ ਤਾਂ ਪਹਿਲਾਂ ਉਸ ਨੂੰ 15 ਸਾਲ ਬਾਅਦ ਰੀਨਿਊ ਕਰਵਾਉਣ ਦੀ ਫੀਸ 4600 ਰੁਪਏ ਸੀ, ਪਰ ਹੁਣ ਉਸ 'ਤੇ ਲੱਗਣਗੇ ਤਕਰੀਬਨ 50,000 ਰੁਪਏ ਡੰਡੀ। ਇਸ ਤੋਂ ਇਲਾਵਾ ਪਹਿਲਾਂ 5 ਸਾਲ ਦੀ ਰੀਨਿਊਅਲ ਸੀ, ਪਰ ਹੁਣ ਹਰ 6 ਮਹੀਨੇ ਬਾਅਦ ਫਿਟਨੈਸ ਸਰਟੀਫਿਕੇਟ ਲੈਣਾ ਪਵੇਗਾ ਡੰਡੀ। ਇੱਕ ਸਵਾਲ ਇਹ ਵੀ ਹੈ ਕਿ ਜੇ ਫਿਟਨੈਸ ਸਰਟੀਫਿਕੇਟ ਹੀ ਦੇ ਦਿੱਤਾ ਤਾਂ ਗ੍ਰੀਨ ਟੈਕਸ ਕਿਉਂ? ਕਿ ਗ੍ਰੀਨ ਟੈਕਸ ਲੱਗਣ ਨਾਲ ਪ੍ਰਦੂਸ਼ਣ ਘਟ ਜਾਵੇਗਾ? ਪ੍ਰਸ਼ਨ ਚਿੰਨ੍ਹ। ਹੁਣ ਇਸ ਗੱਲ ਵੱਲ ਵੀ ਝਾਤ ਮਾਰੀਏ ਕਿ ਇਸ ਸਾਰੀ ਕਵਾਇਦ ਨਾਲ ਕਿੰਨਾ ਪ੍ਰਦੂਸ਼ਣ ਘੱਟ ਹੋਵੇਗਾ ਡੰਡੀ। ਇਸ ਵੇਲੇ ਜੋ ਪ੍ਰਦੂਸ਼ਣ ਦੇ ਅੰਕੜੇ ਸਰਕਾਰ ਕੋਲ ਹਨ ਉਹਨਾਂ ਮੁਤਾਬਕ 51% ਪ੍ਰਦੂਸ਼ਣ ਕਾਰਖਾਨਿਆਂ ਦਾ ਹੈ ਅਤੇ 15% ਫਸਲਾਂ ਦੀ ਰਹਿੰਦ ਖੂੰਹਦ ਅਤੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ, 17% ਵਾਹਨਾਂ ਕਾਰਨ ਅਤੇ ਬਾਕੀ ਹੋਰ ਸਰੋਤਾਂ ਤੋਂ ਹੁੰਦਾ ਹੈ ਡੰਡੀ। ਸਰਕਾਰੀ ਅਨੁਮਾਨ ਇਹ ਹੈ ਕਿ ਪੁਰਾਣੇ ਵਾਹਨ ਸੜਕਾਂ ਤੋਂ ਹਟਾਉਣ ਨਾਲ ਵਾਹਨਾਂ ਦਾ ਪ੍ਰਦੂਸ਼ਣ 25 ਤੋਂ 30% ਤੱਕ ਘਟ ਜਾਵੇਗਾ ਡੰਡੀ। ਮਤਲਬ ਕਿ ਕੁੱਲ ਪ੍ਰਦੂਸ਼ਣ 4% ਘਟੇਗਾ। ਪਰ ਕੀ ਇਹ ਸੋਚਿਆ ਕਿ 4% ਪ੍ਰਦੂਸ਼ਣ ਘਟਾਉਣ ਦੀ ਕਿੰਨੀ ਕੀਮਤ ਦੇਣੀ ਪਵੇਗੀ ਡੰਡੀ? ਅੱਜ ਬਹੁਤ ਸਾਰੇ ਗਰੀਬ ਅਤੇ ਮੱਧ ਵਰਗ ਦੇ ਲੋਕ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਹੀ ਵਹੀਕਲ ਖਰੀਦਿਆ ਅਤੇ ਉਸ ਨੂੰ ਆਪਣੀ ਜਾਨ ਨਾਲੋਂ ਪਿਆਰਾ ਰੱਖ ਕੇ ਉਸ ਨੂੰ ਕਿਤੇ ਕਿਤੇ ਵਰਤਿਆ, ਕਿਉਂਕਿ ਵਰਤਣ ਲਈ ਪੈਟਰੋਲ ਡੀਜ਼ਲ ਵਾਸਤੇ ਪੈਸੇ ਵੀ ਚਾਹੀਦੇ ਹਨ ਡੰਡੀ। ਆਮ ਦਰਮਿਆਨੀ ਆਮਦਨ ਵਾਲੇ 20,000 ਤੋਂ 40,000 ਮਹੀਨਾ ਕਮਾਉਣ ਵਾਲੇ ਪਰਿਵਾਰਾਂ ਦੇ ਵਾਹਨ 20 ਸਾਲ ਵਿੱਚ ਵੀ 1 ਲੱਖ ਕਿਲੋਮੀਟਰ ਨਹੀਂ ਚੱਲਦੇ ਡੰਡੀ। ਇਹੋ ਜਿਹੇ ਵਾਹਨਾਂ ਨੂੰ ਸਕ੍ਰੈਪ ਵਿੱਚ ਪਾਉਣਾ ਜਿੱਥੇ ਇਹਨਾਂ ਪਰਿਵਾਰਾਂ ਨਾਲ ਜ਼ਿਆਦਤੀ ਵੀ ਹੈ ਉੱਥੇ ਹੀ ਕੌਮੀ ਨੁਕਸਾਨ ਵੀ ਹੈ ਡੰਡੀ। ਉੱਧਰ ਕਰਜ਼ੇ 'ਤੇ ਚੱਲ ਰਹੀ ਸਰਕਾਰ ਤੇ ਸਰਕਾਰੀ ਮਹਿਕਮੇ, ਅਰਧ ਸਰਕਾਰੀ ਮਹਿਕਮੇ ਸਭ ਦੇ 1 ਅਪ੍ਰੈਲ 2021 ਤੋਂ 15 ਸਾਲ ਚੱਲੇ ਵਾਹਨ ਸਕ੍ਰੈਪ ਕੀਤੇ ਜਾਣਗੇ ਡੰਡੀ। ਯਾਨੀ ਨਵਾਂ ਖਰਚਾ ਇਸ ਦਾ ਬੋਝ ਵੀ ਟੈਕਸ ਦੇ ਰੂਪ ਵਿੱਚ ਆਮ ਲੋਕਾਂ 'ਤੇ ਹੀ ਪਵੇਗਾ ਡੰਡੀ। ਸਰਕਾਰ ਦਾ ਇਹ ਵੀ ਤਰਕ ਆ ਰਿਹਾ ਹੈ ਕਿ ਇਸ ਪਾਲਿਸੀ ਨਾਲ 10,000 ਕਰੋੜ ਦਾ ਨਿਵੇਸ਼ ਹੋਵੇਗਾ ਅਤੇ 35,000 ਨੌਕਰੀਆਂ ਪੈਦਾ ਹੋਣਗੀਆਂ ਡੰਡੀ। ਨਵੀਆਂ ਨੌਕਰੀਆਂ ਦਾ ਸਰਕਾਰ ਨੇ ਅੰਦਾਜ਼ਾ ਲਾ ਲਿਆ, ਪਰ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਬੇਰੁਜ਼ਗਾਰ ਹੋ ਜਾਣਗੇ, ਕਿਉਂਕਿ ਜ਼ਿਆਦਾ ਪੁਰਾਣੇ ਵਾਹਨਾਂ ਨੂੰ ਹੀ ਮੁਰੰਮਤ ਦੀ ਲੋੜ ਹੁੰਦੀ ਹੈ। ਉਹਨਾਂ ਦੇ ਘਸੇ ਪੁਰਜੇ ਬਦਲਣ ਲਈ ਛੋਟੇ ਛੋਟੇ ਮਕੈਨਿਕ
ਹਰ ਪਿੰਡ ਅਤੇ ਸ਼ਹਿਰ ਵਿੱਚ ਆਪਣਾ ਰੁਜ਼ਗਾਰ ਚਲਾਉਂਦੇ ਹਨ। ਡੰਡੀ ਪੁਰਜੇ ਬਣਾਉਣ ਵਾਲੇ, ਵੇਚਣ ਵਾਲੇ ਅਤੇ ਮਕੈਨਿਕ ਸਾਰਿਆਂ ਦਾ ਹੀ ਕੰਮ ਘਟੇਗਾ ਅਤੇ ਉਹ ਵਿਹਲੇ ਹੋ ਜਾਣਗੇ। ਡੰਡੀ ਨਾਲ ਹੀ ਛੋਟੇ ਛੋਟੇ ਸਕ੍ਰੈਪ ਡੀਲਰ ਜੋ ਅੱਜ ਕੰਮ ਕਰ ਰਹੇ ਹਨ ਅਤੇ ਇਸ ਪਾਲਿਸੀ ਨਾਲ ਵਿਹਲੇ ਹੋ ਜਾਣਗੇ, ਕਿਉਂਕਿ ਵੱਡੇ ਸਕ੍ਰੈਪ ਯਾਰਡ ਜਾਂ ਕਾਰਪੋਰੇਟ ਦੇ ਬਣਨਗੇ ਅਤੇ ਕਾਫੀ ਛੋਟੇ ਸਕ੍ਰੈਪ ਵਪਾਰੀ ਅਤੇ ਲੋਹੇ ਦੇ ਕਾਰਖਾਨੇ ਕਾਰੋਬਾਰ 'ਚੋਂ ਬਾਹਰ ਹੋ ਜਾਣਗੇ। ਡੰਡੀ ਅੱਜ ਪੁਰਾਣੇ ਮੋਟਰਸਾਈਕਲ 15-20 ਹਜ਼ਾਰ ਵਿੱਚ ਮਿਲ ਜਾਂਦੇ ਹਨ, ਜਿਸ ਨਾਲ ਦਿਹਾੜੀਦਾਰ ਲੋਕ ਆਪਣੇ ਨੇੜੇ ਤੇੜੇ ਦੇ ਕਸਬਿਆਂ ਵਿੱਚ ਕੰਮ ਲੱਭਣ ਵਿੱਚ ਸਫਲ ਹੋ ਜਾਂਦੇ ਹਨ। ਡੰਡੀ ਸਭ ਤੋਂ ਵੱਡੀ ਉਦਾਹਰਣ ਜੋ ਜੋਮੈਟੋ, ਸਵੀਗੀ ਆਦਿ ਡੰਡੀ ਪਰਾ ਸਬਜ਼ੀ ਫਲ ਵੇਚਣ ਵਾਲੇ ਅਤੇ ਕਬਾੜ ਖਰੀਦਣ ਵਾਲੇ ਇਸੇ ਪੁਰਾਣੇ ਮੋਟਰਸਾਈਕਲ ਉੱਪਰ 15,000 ਤੋਂ 20,000 ਹੋਰ ਖਰਚ ਕੇ ਆਪਣੇ ਕੰਮ ਦਾ ਘੇਰਾ ਵਧਾ ਕੇ ਆਪਣੀ ਆਮਦਨ 'ਚ ਵਾਧਾ ਕਰ ਲੈਂਦੇ ਹਨ। ਡੰਡੀ ਜੇ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ 750 ਸਲਮਜ਼ ਹਨ ਅਤੇ 15 ਤੋਂ 20 ਲੱਖ ਦੀ ਆਬਾਦੀ ਉਹਨਾਂ 'ਚ ਰਹਿੰਦੀ ਹੈ। ਡੰਡੀ ਸੋ ਇਹ ਪਾਲਿਸੀ ਉਹਨਾਂ ਲੋਕਾਂ ਦੀ ਰੋਜੀ ਰੋਟੀ 'ਤੇ ਵੀ ਸਿੱਧਾ ਅਸਰ ਪਾਵੇਗੀ। ਡੰਡੀ ਵਾਤਾਵਰਨ ਸ਼ੁੱਧ ਰੱਖਣਾ ਵੀ ਜ਼ਰੂਰੀ ਹੈ, ਪਰ ਪੁਰਾਣੇ ਵਾਹਨ ਚਲਾਉਣਾ ਮੱਧ ਵਰਗ ਅਤੇ ਗਰੀਬਾਂ ਦੀ ਮਜਬੂਰੀ ਹੈ। ਡੰਡੀ ਸਰਕਾਰ ਨੂੰ ਇਹਨਾਂ ਦੋ ਵਰਗਾਂ ਨੂੰ ਇੱਕ ਹੋਰ ਵਿਕਲਪ ਦੇਣਾ ਚਾਹੀਦਾ ਹੈ, ਕਿਉਂਕਿ ਤੇਲ ਦੀ ਖਪਤ ਤੇ ਪ੍ਰਦੂਸ਼ਣ ਸਿਰਫ ਇੰਜਣ ਕਾਰਨ ਹੀ ਹੁੰਦਾ ਹੈ। ਡੰਡੀ ਜਿਵੇਂ ਕਿ ਪੁਰਾਣੇ ਜ਼ਮਾਨੇ ਦੇ ਸਕੂਟਰਾਂ 'ਚ ਕਾਰਬੋਰੇਟਰ ਲਗਾ ਦਿਓ ਤਾਂ ਉਹਨਾਂ ਦੀ ਐਵਰੇਜ ਵੱਧ ਜਾਂਦੀ ਹੈ। ਡੰਡੀ ਜੇ ਐਵਰੇਜ ਵਧੇਗੀ ਤਾਂ ਪ੍ਰਦੂਸ਼ਣ ਆਪੇ ਘਟ ਗਿਆ। ਡੰਡੀ ਇਸ ਤਰ੍ਹਾਂ ਦੇ ਹੋਰ ਬਦਲ ਖੋਜੇ ਜਾ ਸਕਦੇ ਹਨ। ਡੰਡੀ ਸਟਾਰਟ ਜ਼ਿੰਦਗੀ ਸੰਘਰਸ਼ ਹੈ, ਜਾਂ ਕਹਿ ਲਓ ਕਿ ਸੰਘਰਸ਼ ਦਾ ਨਾ ਹੀ ਜ਼ਿੰਦਗੀ ਹੈ। ਡੰਡੀ ਅਸੀਂ ਸਾਰੇ ਜ਼ਿੰਦਗੀ ਦੇ ਸਫ਼ਰ 'ਚ ਅਕਸਰ ਕੌੜੀਆਂ ਅਤੇ ਮਿੱਠੀਆਂ ਯਾਦਾਂ ਨਾਲ ਰੂਬਰੂ ਹੁੰਦੇ ਰਹਿੰਦੇ ਹਾਂ। ਡੰਡੀ ਗੱਲ ਜਨਵਰੀ 2010 ਦੀ ਹੈ, ਜਦੋਂ ਮੈਨੂੰ ਪਤਾ ਲੱਗਾ ਕਿ ਮੇਰੀ ਪਤਨੀ ਕਵਿਤਾ ਨੂੰ ਬ੍ਰੇਨ ਟਿਊਮਰ ਹੈ। ਡੰਡੀ ਉਸ ਵੇਲੇ ਸਾਡਾ ਪਹਿਲਾ ਬੱਚਾ ਹੋਣ ਵਾਲਾ ਸੀ। ਡੰਡੀ ਮੇਰੀ ਧੀ ਯੋਗਤਾ ਦਾ ਜਨਮ 12 ਜਨਵਰੀ 2010 ਦਾ ਹੈ ਅਤੇ ਉਸ ਤੋਂ 4 ਦਿਨ ਪਹਿਲਾਂ ਸਾਨੂੰ ਕਵਿਤਾ ਦੇ ਬ੍ਰੇਨ ਟਿਊਮਰ ਬਾਰੇ ਪਤਾ ਲੱਗਾ ਸੀ। ਡੰਡੀ ਸਾਰਾ ਪਰਿਵਾਰ ਸਦਮੇ 'ਚ ਚਲਾ ਗਿਆ ਕਿ ਹੁਣ ਕੀ ਹੋਵੇਗਾ, ਪਰ ਕਿਸੇ ਤਰ੍ਹਾਂ ਮੇਰੇ ਦਰਵੇਸ਼ ਭਰਾ ਰਕੇਸ਼ ਕੁਮਾਰ, ਜਿਨ੍ਹਾਂ ਨੂੰ ਮੈਂ ਮਾਸਟਰ ਜੀ ਕਹਿੰਦਾ ਹਾਂ, ਨੇ ਸਾਰੇ ਪਰਿਵਾਰ ਨੂੰ ਸੰਭਾਲਿਆ ਤੇ ਕਿਹਾ ਕੋਈ ਗੱਲ ਨਹੀਂ, ਜੇ ਮੁਸੀਬਤ ਆਈ ਹੈ ਤਾਂ ਅਸੀਂ ਉਸ ਦਾ ਡਟ ਕੇ ਮੁਕਾਬਲਾ ਕਰਾਂਗੇ। ਡੰਡੀ ਸਾਡਾ ਨਜ਼ਦੀਕੀ ਰਿਸ਼ਤੇਦਾਰ ਪੇਸ਼ੇ ਵਜੋਂ ਡਾਕਟਰ ਹੈ, ਜਿਸ ਨੇ ਸਾਨੂੰ ਸਲਾਹ ਦਿੱਤੀ ਕਿ ਜਲੰਧਰ 'ਚ ਡਾਕਟਰ ਗੋਇਲ ਨਿਊਰੋ ਸਰਜਨ ਹਨ, ਉਹਨਾਂ ਨੂੰ ਵਿਖਾ ਲਓ। ਡੰਡੀ ਅਸੀਂ ਸਾਰੀਆਂ ਰਿਪੋਰਟਾਂ ਤੇ ਕਵਿਤਾ ਨੂੰ ਲੈ ਕੇ ਡਾਕਟਰ ਗੋਇਲ ਕੋਲ ਪੁੱਜ ਗਏ। ਡੰਡੀ ਉਹਨਾਂ ਨੇ ਦੱਸਿਆ ਕਿ ਬ੍ਰੇਨ ਟਿਊਮਰ ਕਾਫੀ ਵੱਡਾ ਹੋ ਗਿਆ ਹੈ ਅਤੇ ਇਸ ਨੂੰ ਬਾਹਰ ਕੱਢਣ ਲਈ ਸਿਰ ਦੀ ਓਪਨ ਸਰਜਰੀ ਕਰਨੀ ਪਵੇਗੀ। ਡੰਡੀ ਸਭ ਤੋਂ ਪਹਿਲਾਂ
ਕਵਿਤਾ ਦਾ ਜਨੇਪਾ ਕਰਵਾਉਣਾ ਲਾਜ਼ਮੀ ਸੀ ਡੰਡੀ। ਇਸ ਲਈ ਜਲੰਧਰ 'ਚ ਸਿਗਮਾ ਹਸਪਤਾਲ ਦੇ ਡਾਕਟਰ ਪ੍ਰਿੰਸੀ ਮਲਹੋਤਰਾ ਨੇ ਸਾਨੂੰ ਭਰੋਸਾ ਦਿੱਤਾ ਕਿ ਉਹ ਸਹੀ ਡਿਲੀਵਰੀ ਕਰਵਾ ਦੇਵੇਗੀ, ਪਰ ਉਸ ਵੇਲੇ ਉਹਨਾਂ ਨੂੰ ਨਿਊਰੋ ਸਰਜਨ ਸੱਦਣਾ ਪਵੇਗਾ ਡੰਡੀ। ਅਸੀਂ ਝੱਟ ਇਸ ਲਈ ਹਾਂ ਕਰ ਦਿੱਤੀ ਅਤੇ 12 ਜਨਵਰੀ ਨੂੰ ਅਸੀਂ ਕਵਿਤਾ ਨੂੰ ਡਿਲੀਵਰੀ ਲਈ ਹਸਪਤਾਲ ਲੈ ਗਏ ਡੰਡੀ। ਉਸੇ ਦਿਨ ਸਾਡੇ ਘਰ ਧੀ ਯੋਗਤਾ ਨੇ ਜਨਮ ਲਿਆ ਡੰਡੀ। ਸਾਰਾ ਪਰਿਵਾਰ ਖੁਸ਼ ਸੀ, ਪਰ ਕਵਿਤਾ ਨੂੰ ਲੈ ਕੇ ਫਿਕਰਮੰਦ ਵੀ ਸੀ, ਕਿਉਂਕਿ ਬੇਟੀ ਆਪਰੇਸ਼ਨ ਨਾਲ ਹੋਈ ਸੀ ਅਤੇ ਕੁਝ ਦਿਨਾਂ ਬਾਅਦ ਕਵਿਤਾ ਦਾ ਸਿਰ ਦਾ ਆਪਰੇਸ਼ਨ ਵੀ ਹੋਣਾ ਸੀ ਡੰਡੀ। ਜਦੋਂ ਯੋਗਤਾ 10 ਕੁ ਦਿਨਾਂ ਦੀ ਹੋ ਗਈ ਤਾਂ ਸਾਨੂੰ ਡਾਕਟਰ ਰਾਜੂ ਚਾਚੇ ਨੇ ਕਿਹਾ ਕਿ ਜੇ ਸਰਜਰੀ ਹੀ ਕਰਵਾਉਣੀ ਹੈ ਤਾਂ ਕਿਉਂ ਨਾ ਲੁਧਿਆਣਾ ਦੇ DMC ਹਸਪਤਾਲ 'ਚ ਕਰਵਾਈ ਜਾਵੇ ਡੰਡੀ। ਸੋ ਅਗਲੇ ਦਿਨ ਅਸੀਂ ਉੱਥੇ ਚਲੇ ਗਏ ਡੰਡੀ। ਉੱਥੇ ਡਾਕਟਰ ਸਾਹਿਬ ਨੇ ਸਾਨੂੰ ਮਾਰਚ ਮਹੀਨੇ ਆਉਣ ਲਈ ਕਿਹਾ ਡੰਡੀ। ਸਾਡੇ ਸਾਰੇ ਪਰਿਵਾਰ ਦਾ ਇੱਕ ਦਿਨ ਪਹਾੜ ਵਾਂਗ ਲੰਘ ਰਿਹਾ ਸੀ ਡੰਡੀ। ਅਸੀਂ ਮਾਰਚ ਮਹੀਨੇ ਦੀ 25 ਤਰੀਕ ਨੂੰ ਮੇਰੇ ਜਨਮ ਦਿਨ ਵਾਲੇ ਦਿਨ ਕਵਿਤਾ ਨੂੰ ਲੈ ਕੇ DMC ਚਲੇ ਗਏ ਅਤੇ 4 ਅਪ੍ਰੈਲ ਨੂੰ ਕਵਿਤਾ ਦੇ ਸਿਰ ਦੀ ਸਰਜਰੀ ਹੋਈ ਡੰਡੀ। ਇਸ ਦੌਰਾਨ ਉਸਦੇ ਸਿਰ ਦੇ ਸਾਰੇ ਵਾਲ ਕੱਟ ਦਿੱਤੇ ਗਏ ਸਨ ਡੰਡੀ। 7 ਕੁ ਦਿਨਾਂ ਬਾਅਦ ਉਸ ਨੂੰ ਛੁੱਟੀ ਮਿਲ ਗਈ ਅਤੇ ਅਸੀਂ ਘਰ ਆ ਗਏ ਡੰਡੀ। ਉਸ ਨੂੰ ਰਿਕਵਰ ਹੁੰਦਿਆਂ ਤਕਰੀਬਨ 1 ਸਾਲ ਦਾ ਸਮਾਂ ਲੱਗ ਗਿਆ ਡੰਡੀ। ਅਸੀਂ ਸਾਰੇ ਖੁਸ਼ ਸਾਂ ਕਿ ਚਲੋ ਕੋਈ ਨਾ, ਹੁਣ ਤਾਂ ਕਵਿਤਾ ਠੀਕ ਹੈ ਡੰਡੀ। ਸਾਨੂੰ ਇਹ ਨਹੀਂ ਸੀ ਪਤਾ ਕਿ ਬਿਮਾਰੀ ਸਾਡਾ ਇੰਨੀ ਛੇਤੀ ਖਹਿੜਾ ਛੱਡਣ ਵਾਲੀ ਨਹੀਂ ਸੀ ਡੰਡੀ। ਸੰਨ 2015 'ਚ ਜਦੋਂ ਕਵਿਤਾ ਫਿਰ ਗਰਭਵਤੀ ਹੋਈ ਤਾਂ ਉਸ ਨੂੰ ਫਿਰ ਤੋਂ ਬ੍ਰੇਨ ਟਿਊਮਰ ਹੋ ਗਿਆ ਅਤੇ ਸਾਡਾ ਸਾਰਾ ਟੱਬਰ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਿਆ ਕਿ ਇਹ ਸਾਡੇ ਨਾਲ ਕੀ ਬਣ ਗਿਆ ਡੰਡੀ। ਅਸੀਂ ਫਿਰ ਉਸ ਨੂੰ ਲੈ ਕੇ DMC ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਕਿਹਾ ਕਿ ਇੱਕ ਵਾਰ ਫਿਰ ਤੋਂ ਓਪਨ ਸਰਜਰੀ ਕਰਨੀ ਪਵੇਗੀ ਡੰਡੀ। ਸਾਰੇ ਪਰਿਵਾਰ ਨੇ ਸਲਾਹ ਕਰਕੇ ਕਵਿਤਾ ਦਾ ਇਲਾਜ PGI ਚੰਡੀਗੜ੍ਹ 'ਚ ਕਰਵਾਉਣ ਦੀ ਸਲਾਹ ਬਣਾਈ, ਪਰ ਅਸੀਂ PGI ਦਾ ਨਾਂ ਸੁਣ ਕੇ ਡਾਢੇ ਪਰੇਸ਼ਾਨ ਸਾਂ ਡੰਡੀ। 9 ਜੁਲਾਈ 2015 ਨੂੰ ਸਾਡੇ ਘਰ ਬੇਟੇ ਅਰਮਾਨ ਨੇ ਜਨਮ ਲਿਆ ਡੰਡੀ। ਉਸ ਦੇ ਜਨਮ ਤੋਂ 3 ਕੁ ਮਹੀਨੇ ਬਾਅਦ ਮੈਂ, ਮੇਰਾ ਸਾਂਢੂ ਸੰਜੀਵ ਤੇ ਕਵਿਤਾ ਤਿੰਨੋਂ PGI ਗਏ ਡੰਡੀ। ਅਸੀਂ ਉੱਥੇ ਸਵੇਰੇ 8 ਕੁ ਵਜੇ ਪੁੱਜ ਗਏ ਸਾਂ, ਪਰ ਜਦੋਂ ਉੱਥੇ ਜਾ ਕੇ ਵੇਖਿਆ ਤਾਂ ਸਾਡੇ ਤਾਂ ਹੋਸ਼ ਉੱਡ ਗਏ ਡੰਡੀ। ਰਜਿਸਟ੍ਰੇਸ਼ਨ ਕਰਵਾਉਣ ਲਈ ਸਾਡੇ ਤੋਂ ਅੱਗੇ ਲਗਭਗ 500 ਤੋਂ ਵੱਧ ਮਰੀਜ਼ ਕਤਾਰ 'ਚ ਲੱਗੇ ਹੋਏ ਸਨ ਡੰਡੀ। ਉੱਥੇ ਲੋਕਾਂ ਨੇ ਦੱਸਿਆ ਕਿ ਉਹ ਤਾਂ ਸਵੇਰੇ 4 ਵਜੇ ਹੀ ਕਤਾਰ 'ਚ ਲੱਗ ਗਏ ਸਨ ਡੰਡੀ। ਉੱਥੇ ਇੱਕ ਦਰਜਾ 4 ਮਹਿਲਾ ਮੁਲਾਜ਼ਮ ਨੂੰ ਮੈਂ ਜਾ ਕੇ ਮਿਲਿਆ ਅਤੇ ਕਵਿਤਾ ਦੇ ਨਾਂ ਦੀ ਪਰਚੀ ਬਣਾਉਣ ਦੀ ਬੇਨਤੀ ਕੀਤੀ ਡੰਡੀ। ਪਤਾ ਨਹੀਂ ਉਸ ਦੇ ਮਨ 'ਚ ਕੀ ਆਇਆ ਕਿ ਉਸਨੇ ਸਾਡੀ ਪਰਚੀ ਬਣਵਾ ਦਿੱਤੀ ਅਤੇ ਅਸੀਂ ਡਾਕਟਰ ਨਾਲ ਮੁਲਾਕਾਤ ਕੀਤੀ ਡੰਡੀ। PGI 'ਚ ਨਿਊਰੋ ਸਰਜਰੀ ਵਿਭਾਗ ਦੇ ਹੈੱਡ ਡਾਕਟਰ ਰਜੇਸ਼ ਛਾਬੜਾ ਨਾਲ ਸਾਡੀ ਮੁਲਾਕਾਤ ਹੋਈ ਅਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਉਹ ਸਾਡੇ ਸਾਰੇ ਟੈਸਟ ਕਰਨਗੇ
ਕਿ ਦੂਜੀ ਵਾਰ ਟਿਊਮਰ ਕਿਉਂ ਹੋਇਆ ਅਤੇ ਫਿਰ ਹੀ ਉਸ ਦਾ ਆਪਰੇਸ਼ਨ ਕਰਨਗੇ। ਡੰਡੀ। ਡਾਕਟਰਾਂ ਨੂੰ ਬਿਮਾਰੀ ਦੀ ਜੜ ਤੱਕ ਜਾਣ ਲਈ ਲਗਭਗ 4.5 ਸਾਲ ਦਾ ਸਮਾਂ ਲੱਗ ਗਿਆ। ਡੰਡੀ। ਡਾਕਟਰ ਛਾਬੜਾ ਨੇ ਸਾਡਾ ਕੇਸ ਅੱਗੇ ਡਾਕਟਰ ਉਪਿੰਦਰਜੀਤ ਸਿੰਘ ਤੇ ਡਾਕਟਰ ਪ੍ਰਵੀਨ ਸੋਲੰਕੀ ਕੋਲ ਰੈਫਰ ਕਰ ਦਿੱਤਾ ਤੇ ਕਿਹਾ ਕਿ ਹੁਣ ਤੁਹਾਡੇ ਮਰੀਜ਼ ਦਾ ਇਲਾਜ ਇਹ ਡਾਕਟਰ ਸਾਹਿਬ ਹੀ ਕਰਨਗੇ। ਡੰਡੀ। ਨਵੰਬਰ 2019 'ਚ ਕਵਿਤਾ ਦੀ ਇੱਕ ਵਾਰ ਫਿਰ ਤੋਂ ਓਪਨ ਸਰਜਰੀ ਹੋਈ। ਡੰਡੀ। ਹੁਣ ਅਸੀਂ ਫਿਰ ਖੁਸ਼ ਸਾਂ ਕਿ ਕਵਿਤਾ ਠੀਕ ਹੋ ਗਈ, ਪਰ ਨਾਲ ਹੀ ਅੰਦਰੋਂ ਅੰਦਰੀ ਉਸ ਦੀ ਸਿਹਤ ਪ੍ਰਤੀ ਫਿਕਰਮੰਦ ਵੀ ਸਾਂ। ਡੰਡੀ। ਇਸ ਵਾਰ ਡਾਕਟਰਾਂ ਨੇ ਸਿਰ 'ਚ ਜਿਸ ਥਾਂ 'ਤੇ ਟਿਊਮਰ ਹੁੰਦਾ ਸੀ ਉਹ ਹੱਡੀ ਹੀ ਵੱਖ ਕਰ ਦਿੱਤੀ ਸੀ ਅਤੇ ਉਸ ਦੀ ਥਾਂ ਪੈਲਟੀਨਮ ਦੀ ਪਲੇਟ ਪਾ ਦਿੱਤੀ। ਡੰਡੀ। ਇਸ ਮੁਸ਼ਕਲ ਦੀ ਘੜੀ 'ਚ ਕਈ ਬੰਦਿਆਂ ਦੀ ਪਰਖ ਵੀ ਹੋ ਗਈ। ਡੰਡੀ। ਕਈ ਜਣਿਆਂ ਨੇ ਇਸ ਦੌਰਾਨ ਮਦਦ ਲਈ ਹੱਥ ਵਧਾਏ। ਡੰਡੀ। ਦੂਜੀ ਵਾਰ ਸਰਜਰੀ ਨੂੰ ਮਸਾਂ ਸਾਲ ਕੁ ਹੋਇਆ ਸੀ ਕਿ ਕਵਿਤਾ ਦੇ ਨੱਕ 'ਚੋਂ ਸਵੇਰੇ ਉੱਠਦੇ ਸਾਰ ਹੀ ਪਾਣੀ ਨਿਕਲਣ ਲੱਗ ਪਿਆ। ਡੰਡੀ। ਜਦੋਂ ਇਸ ਬਾਰੇ ਡਾਕਟਰ ਉਪਿੰਦਰਜੀਤ ਸਿੰਘ ਨਾਲ ਰਾਬਤਾ ਕੀਤਾ ਤਾਂ ਉਹਨਾਂ ਦੱਸਿਆ ਕਿ ਇਸ ਨਿਕਲਣ ਵਾਲੇ ਪਾਣੀ ਨੂੰ ਡਾਕਟਰੀ ਭਾਸ਼ਾ 'ਚ CSF ਕਹਿੰਦੇ ਹਨ। ਡੰਡੀ। ਇਸ ਨੂੰ ਬੰਦ ਕਰਨ ਲਈ ਨੱਕ ਦਾ ਇੱਕ ਆਪਰੇਸ਼ਨ ਕਰਨਾ ਪਵੇਗਾ। ਡੰਡੀ। ਅਸੀਂ ਫਿਰ ਕਵਿਤਾ ਨੂੰ ਲੈ ਕੇ PGI ਚਲੇ ਗਏ। ਡੰਡੀ। ਇਸ ਵਾਰ ਉਸ ਨੂੰ ENT ਵਾਰਡ 'ਚ ਦਾਖਲ ਕਰਵਾਇਆ ਗਿਆ। ਡੰਡੀ। ਪਰਾਂ। ਉੱਥੇ ਡਾਕਟਰ RS ਵਿਰਕ ਨੇ ਉਸ ਦਾ ਇਲਾਜ ਕਰਨਾ ਸੀ। ਡੰਡੀ। ਅਗਸਤ 2020 'ਚ ਕਵਿਤਾ ਦੀ ਲੱਤ 'ਚੋਂ ਡਾਕਟਰ ਨੇ ਮਾਸ ਦਾ ਟੁਕੜਾ ਲੈ ਕੇ ਉਸ ਦੀ ਨੱਕ ਰਾਹੀਂ ਅੰਦਰ ਖਾਲੀ ਥਾਂ ਨੂੰ ਭਰਿਆ, ਜਿਸ ਤੋਂ ਬਾਅਦ ਨੱਕ 'ਚੋਂ ਨਿਕਲਣ ਵਾਲਾ ਪਾਣੀ ਬੰਦ ਹੋਇਆ। ਪਰ ਮੁਸੀਬਤ ਇੱਥੇ ਹੀ ਖਹਿੜਾ ਛੱਡਣ ਵਾਲੀ ਨਹੀਂ ਸੀ। ਡੰਡੀ। ਇਸ ਆਪਰੇਸ਼ਨ ਦੇ ਮਹੀਨੇ ਕੁ ਬਾਅਦ ਫਿਰ ਤੋਂ ਉਸ ਨੱਕ 'ਚੋਂ ਉਹੀ ਪਾਣੀ ਨਿਕਲਣ ਲੱਗ ਪਿਆ। ਡੰਡੀ। ਅਸੀਂ ਫਿਰ ਉਸ ਨੂੰ ਲੈ ਕੇ PGI ਗਏ। ਡੰਡੀ। ਉੱਥੇ ਡਾਕਟਰ ਵਿਰਕ ਨੇ ਐਂਡੋਸਕੋਪੀ ਕਰਕੇ ਵੇਖਿਆ ਤਾਂ ਕਿਹਾ ਕਿ ਆਪਰੇਸ਼ਨ ਅੰਦਰੋਂ ਠੀਕ ਹੈ, ਘਬਰਾਉਣ ਦੀ ਲੋੜ ਨਹੀਂ। ਡੰਡੀ। ਦਵਾਈ ਖਾਣ ਨਾਲ ਠੀਕ ਹੋ ਜਾਵੇਗਾ, ਪਰ ਅੱਜ 3 ਮਹੀਨੇ ਹੋ ਗਏ ਹਨ ਪਰ ਹਾਲੇ ਤੱਕ ਪਾਣੀ ਬੰਦ ਨਹੀਂ ਹੋਇਆ। ਡੰਡੀ। ਅਸੀਂ ਹਰ ਸਵੇਰੇ ਇਸੇ ਆਸ ਨਾਲ ਉੱਠਦੇ ਹਾਂ ਕਿ ਅੱਜ ਨੱਕ 'ਚੋਂ ਪਾਣੀ ਨਹੀਂ ਨਿਕਲੇਗਾ, ਪਰ ਪਤਾ ਨਹੀਂ ਉਹ ਅੱਜ ਕਦੋਂ ਆਵੇਗੀ। ਡੰਡੀ। 5 ਰਾਜਾਂ ਵਿੱਚ ਚੋਣਾਂ ਕਾਰਨ ਭਾਵੇਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦੀ ਥਾਂ ਕੁਝ ਘਟਾਈਆਂ ਗਈਆਂ ਹਨ, ਪਰ ਪੰਜਾਬ 'ਚ ਪੈਟਰੋਲ ਤੇ ਡੀਜ਼ਲ 'ਤੇ ਇੱਕ ਹੋਰ ਟੈਕਸ, ਜਿਨ੍ਹਾਂ ਨੂੰ ਵਿਸ਼ੇਸ਼ ਬੁਨਿਆਦੀ ਢਾਂਚਾ ਫੀਸ ਦਾ ਨਾਂ ਦਿੱਤਾ ਗਿਆ ਹੈ, ਸਹਾਰੇ ਇਹਨਾਂ ਦੀ ਕੀਮਤ 'ਚ 30 ਪੈਸਿਆਂ ਦਾ ਵਾਧਾ ਕੀਤਾ ਗਿਆ ਹੈ। ਡੰਡੀ। ਦੂਜੇ ਪਾਸੇ ਕਰੋਨਾ ਮਹਾਮਾਰੀ ਅਤੇ OPEC 10 ਵੱਲੋਂ ਤੇਲ ਦਾ ਉਤਪਾਦਨ ਵਧਾਉਣ ਤੇ ਰਾਜੀ ਹੋਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆ ਰਹੀ ਹੈ। ਡੰਡੀ। ਕੱਚੇ ਤੇਲ ਦੀਆਂ ਕੀਮਤਾਂ 'ਚ ਪਿਛਲੇ 1 ਮਹੀਨੇ 'ਚ ਹੀ 9% ਦੀ ਕਮੀ ਆਈ ਹੈ। ਡੰਡੀ। ਮਾਰਚ 'ਚ ਕੱਚੇ ਤੇਲ ਦੀ ਕੀਮਤ $69 ਪ੍ਰਤੀ ਬੈਰਲ ਸੀ, ਜੋ ਘਟ ਕੇ
$63 ਪ੍ਰਤੀ ਬੈਲਰ ਤੋਂ ਵੀ ਹੇਠਾਂ ਆ ਗਈ ਹੈ ਡੰਡੀ। ਇਸ ਦੇ ਬਾਵਜੂਦ ਆਮ ਜਨਤਾ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਡੰਡੀ। ਬੀਤੇ 1 ਮਹੀਨੇ ਤੋਂ ਪੈਟਰੋਲ ਸਿਰਫ 61 ਪੈਸੇ ਤੇ ਡੀਜ਼ਲ 60 ਪੈਸੇ ਸਸਤਾ ਹੋਇਆ ਹੈ ਡੰਡੀ। ਸੋਚਣ ਵਾਲੀ ਗੱਲ ਇਹ ਹੈ ਕਿ ਕਾਲਾ ਧਨ ਵਾਪਸ ਲਿਆਉਣ ਅਤੇ ਤੇਲ ਦੀਆਂ ਕੀਮਤਾਂ ਘਟਾਉਣ ਦੇ ਨਾਂ 'ਤੇ ਵੋਟਾਂ ਬਟੋਰਨ ਵਾਲੀ NDA ਦੀ ਕੇਂਦਰੀ ਸਰਕਾਰ ਦੇ 7 ਸਾਲਾਂ ਦੇ ਸ਼ਾਸਨ 'ਚ ਕੱਚੇ ਤੇਲ ਦੀਆਂ ਕੀਮਤਾਂ 40% ਤੋਂ ਵੀ ਜ਼ਿਆਦਾ ਘਟ ਚੁੱਕੀਆਂ ਹਨ, ਪਰ ਦੇਸ਼ ਦੀ ਜਨਤਾ ਨੂੰ ਕੋਈ ਰਾਹਤ ਨਹੀਂ ਮਿਲੀ। ਸਗੋਂ ਪੈਟਰੋਲ 27 ਤੇ ਡੀਜ਼ਲ 43% ਮਹਿੰਗਾ ਹੋਇਆ ਹੈ ਡੰਡੀ ਭਰਾ। ਬੀਤੇ ਦਿਨੀ ਲੇਖ ਅੱਕਣ ਉੱਕਣ ਕਿੱਕਣ ਤੇ ਜਿੱਕਣ ਪੜ੍ਹਨ ਨੂੰ ਮਿਲਿਆ, ਜੋ ਰਵਿੰਦਰ ਸਿੰਘ ਰੱਬੀ ਦਾ ਲਿਖਿਆ ਹੋਇਆ ਸੀ ਡੰਡੀ। ਇਹ ਲੇਖ ਮੇਰੇ ਦਿਲ ਨੂੰ ਛੂਹ ਗਿਆ ਡੰਡੀ। ਲੇਖਕ ਨੇ ਪੰਜਾਬੀ ਦੇ ਲੋਪ ਹੋ ਰਹੇ ਸ਼ਬਦਾਂ ਤੇ ਪੁਆਧ ਤੇ ਪੁਆਧੀ ਦੀ ਵਿਸਰ ਰਹੀ ਸਥਿਤੀ ਬਾਰੇ ਬੜੇ ਹੀ ਸੁਚੱਜੇ ਢੰਗ ਨਾਲ ਲਿਖਿਆ ਹੈ ਡੰਡੀ। ਲੇਖਕ ਦੂਸਰੀਆਂ ਭਾਸ਼ਾਵਾਂ ਸਿੱਖਣ ਦੀ ਵੀ ਵਿਰੋਧਤਾ ਨਹੀਂ ਕਰਦਾ, ਪਰ ਆਪਣੀ ਮਾਂ ਬੋਲੀ ਪੰਜਾਬੀ ਦੇ ਮੂਲ ਸ਼ਬਦਾਂ ਪੁਆਧੀ, ਉਪਬੋਲੀ ਤੇ ਪੁਆਧ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ, ਰੂਪਨਗਰ, ਸ਼੍ਰੀ ਫਤਿਹਗੜ੍ਹ ਸਾਹਿਬ ਆਦਿ ਦੇ ਇਲਾਕੇ ਦੀ ਦਿਨੋਂ ਦਿਨ ਘਟਦੀ ਅਹਿਮੀਅਤ ਬਾਰੇ ਸੱਚੇ ਦਿਲੋਂ ਫਿਕਰ ਕਰ ਰਿਹਾ ਹੈ ਡੰਡੀ। ਲੇਖਕ ਨੇ ਇਸ ਲੇਖ ਰਾਹੀਂ ਹਰੇਕ ਪੰਜਾਬੀ ਨੂੰ ਜਿੱਥੇ ਇਸ ਵਿਸ਼ੇ ਪ੍ਰਤੀ ਤੇ ਆਪਣੀ ਮਾਂ ਬੋਲੀ ਪ੍ਰਤੀ ਵਕਤ ਰਹਿੰਦਿਆਂ ਸੁਚੇਤ ਕੀਤਾ ਹੈ, ਉੱਥੇ ਹੀ ਬਹੁਤ ਡੂੰਘੇ ਭਾਵ ਨਾਲ ਆਪਣੀ ਗੱਲ ਨੂੰ ਪ੍ਰਗਟਾਇਆ ਹੈ ਡੰਡੀ। ਪੰਜਾਬੀ ਜਾਗਰਣ ਵਿੱਚ ਰਿਸ਼ਮਾ ਅਧੀਨ ਛਪਿਆ ਲੇਖ ਪਛਤਾਵੇ ਦੀ ਪੀੜਾ ਪੜ੍ਹਿਆ, ਜੋ ਵਧੀਆ ਲੱਗਾ ਡੰਡੀ। ਕਾਹਲੀ ਵਿੱਚ ਲਏ ਗਏ ਫੈਸਲੇ ਮਗਰੋਂ ਪਛਤਾਵੇ ਦਾ ਕਾਰਨ ਬਣਦੇ ਹਨ ਡੰਡੀ। ਪਛਤਾਵਾ ਸਾਡੇ ਤਨ ਤੇ ਮਨ ਦੋਹਾਂ 'ਤੇ ਡੂੰਘਾ ਪ੍ਰਭਾਵ ਪਾਉਂਦਾ ਹੈ ਡੰਡੀ। ਜੋ ਵਿਅਕਤੀ ਆਪਣੇ ਵਰਤਮਾਨ ਵਿੱਚ ਜਿਉਣ ਦੀ ਬਜਾਏ ਭੂਤ ਕਾਲ ਵਿੱਚ ਉਲਝੇ ਰਹਿੰਦੇ ਹਨ, ਅਸਲ ਵਿੱਚ ਉਹੀ ਪਛਤਾਵੇ ਦੀ ਭੱਠੀ ਵਿੱਚ ਸੜਦੇ ਰਹਿੰਦੇ ਹਨ ਡੰਡੀ। ਇਸ ਲਈ ਜੋ ਸਮਾਂ ਲੰਘ ਗਿਆ ਉਸ ਦੀ ਚਿੰਤਾ ਕਰਨ ਦੀ ਬਜਾਏ ਵਰਤਮਾਨ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ ਡੰਡੀ। ਭਵਿੱਖੀ ਟੀਚੇ ਮਿੱਥ ਕੇ ਹੀ ਜੀਵਨ 'ਚ ਸਫਲ ਹੋਇਆ ਜਾ ਸਕਦਾ ਹੈ ਡੰਡੀ। ਸੋਸ਼ਲ ਮੀਡੀਆ 'ਤੇ ਕਰੋਨਾ ਵਾਇਰਸ ਬਾਰੇ ਫੇਕ ਖਬਰਾਂ ਵੀਡੀਓਜ਼ ਰਾਹੀਂ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਡੰਡੀ। ਹੁਣ ਕਰੋਨਾ ਰੋਕੂ ਟੀਕੇ ਬਾਰੇ ਵੀਡੀਓ ਪਾ ਕੇ ਉਹਨਾਂ ਵਿੱਚ ਦਹਿਸ਼ਤ ਫੈਲਾਈ ਜਾ ਰਹੀ ਹੈ ਡੰਡੀ। ਇਸੇ ਲਈ ਕਈ ਲੋਕ ਡਰਦੇ ਮਾਰੇ ਟੀਕਾ ਨਹੀਂ ਲਵਾ ਰਹੇ ਡੰਡੀ। ਸੋਸ਼ਲ ਮੀਡੀਆ ਦੀ ਦੁਰਵਰਤੋਂ ਰੋਕੀ ਜਾਣੀ ਚਾਹੀਦੀ ਹੈ ਡੰਡੀ। ਸਾਡੇ ਮੁਲਕ ਦੇ ਲਗਭਗ ਹਰ ਕਸਬੇ, ਸ਼ਹਿਰ ਤੇ ਪਿੰਡ ਵਿੱਚ ਭਿਖਾਰੀ ਆਮ ਨਜ਼ਰ ਆਉਂਦੇ ਹਨ ਡੰਡੀ। ਭਿਖਾਰੀ ਇੱਕ ਥਾਂ ਤੋਂ ਦੂਜੀ ਥਾਂ ਭੀਖ ਤੇ ਭੋਜਨ ਲਈ ਭਟਕਦੇ ਹਨ ਡੰਡੀ। ਉਹ ਅਕਸਰ ਮੰਦਰਾਂ, ਗੁਰਦੁਆਰਿਆਂ, ਬੱਸ ਅੱਡਿਆਂ, ਰੇਲ ਸਟੇਸ਼ਨਾਂ, ਬਾਜ਼ਾਰਾਂ, ਮੇਲਿਆਂ ਅਤੇ ਸੜਕਾਂ 'ਤੇ ਭੀਖ ਮੰਗਦੇ ਨਜ਼ਰ ਆਉਂਦੇ ਹਨ ਡੰਡੀ। ਕੁਝ ਲੋਕ ਉਹਨਾਂ 'ਚੋਂ ਤੰਦਰੁਸਤ ਹੁੰਦੇ ਹਨ ਡੰਡੀ, ਇਸ ਲਈ ਉਹ ਦਾਨ ਦੇ ਹੱਕਦਾਰ ਨਹੀਂ ਹੁੰਦੇ ਡੰਡੀ। ਕੁਝ ਭਿਖਾਰੀ
ਭਿਖਾਰੀ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸੱਚਮੁੱਚ ਮਦਦ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਉਹ ਅਪੰਗ, ਲੰਗੜੇ, ਲੂਲੇ, ਗੂੰਗੇ ਹੁੰਦੇ ਹਨ। ਡੰਡੀ ਉਹ ਆਪਣਾ ਗੁਜ਼ਾਰਾ ਕਿਸੇ ਹੋਰ ਤਰੀਕੇ ਨਾਲ ਨਹੀਂ ਕਰ ਸਕਦੇ। ਡੰਡੀ ਇਹ ਵੀ ਸੱਚ ਹੈ ਕਿ ਕੁਝ ਲੋਕਾਂ ਨੇ ਭੀਖ ਮੰਗਣ ਨੂੰ ਆਪਣਾ ਕਾਰੋਬਾਰ ਬਣਾ ਲਿਆ ਹੈ। ਡੰਡੀ ਇਸ ਤਰ੍ਹਾਂ ਦੇ ਲੋਕ ਦੇਸ਼ ਦੀ ਆਰਥਿਕਤਾ 'ਤੇ ਬੋਝ ਹਨ। ਡੰਡੀ ਕੁਝ ਭਿਖਾਰੀ ਆਪਣੇ ਬੱਚਿਆਂ ਨੂੰ ਭੀਖ ਮੰਗਣ ਲਾ ਦਿੰਦੇ ਹਨ। ਡੰਡੀ ਛੋਟੇ ਬੱਚਿਆਂ ਲਈ ਭੀਖ ਮੰਗਣਾ ਕਾਫੀ ਦੁਖਦਾਈ ਹੈ। ਡੰਡੀ ਉਹ ਸਿੱਖਿਆ ਦੇ ਅਧਿਕਾਰ ਤੋਂ ਵੀ ਵਾਂਝੇ ਹਨ। ਡੰਡੀ ਸਰਕਾਰ ਨੂੰ ਇਹਨਾਂ ਲਾਚਾਰ ਬੱਚਿਆਂ ਦੇ ਭਲੇ ਲਈ ਕੁਝ ਪ੍ਰਬੰਧ ਜ਼ਰੂਰ ਕਰਨੇ ਚਾਹੀਦੇ ਹਨ ਤਾਂ ਜੋ ਇਹ ਭੀਖ ਮੰਗਣੀ ਬੰਦ ਕਰ ਦੇਣ। ਡੰਡੀ ਪਾਰਾ ਅਨੇਕਾਂ ਅਜਿਹੇ ਲੋਕ ਵੀ ਹਨ ਜੋ ਛੇਤੀ ਪੈਸੇ ਕਮਾਉਣ ਦੇ ਚੱਕਰ 'ਚ ਗਲਤ ਰਾਹ ਅਪਣਾ ਲੈਂਦੇ ਹਨ। ਡੰਡੀ ਇਸੇ ਲਈ ਉਹ ਕਈ ਵਾਰ ਰਿਸ਼ਤਿਆਂ ਨਾਤਿਆਂ ਦੀ ਵੀ ਕਦਰ ਨਹੀਂ ਕਰਦੇ। ਡੰਡੀ ਉਹ ਇਹ ਗੱਲ ਕਿਉਂ ਨਹੀਂ ਸਮਝਦੇ ਕਿ ਜਿਨ੍ਹਾਂ ਨਾਲ ਉਹ ਧੋਖਾ ਬੇਈਮਾਨੀ ਕਰਕੇ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਨੇ ਉਸ ਪੈਸੇ ਲਈ ਕਿੰਨੀ ਮਿਹਨਤ ਕੀਤੀ ਹੋਵੇਗੀ। ਡੰਡੀ ਸਾਨੂੰ ਹਮੇਸ਼ਾ ਇਮਾਨਦਾਰੀ ਅਤੇ ਸੱਚ ਦੇ ਮਾਰਗ 'ਤੇ ਚੱਲਣਾ ਚਾਹੀਦਾ ਹੈ। ਡੰਡੀ ਭਾਰਤ ਲਈ ਇਹ ਸਥਿਤੀ ਮੰਨਣਯੋਗ ਨਹੀਂ ਹੋਣੀ ਚਾਹੀਦੀ। ਡੰਡੀ ਇਹ ਸਹੀ ਹੈ ਕਿ ਚੀਨੀ ਵਸਤਾਂ 'ਤੇ ਨਿਰਭਰਤਾ ਇੱਕੋ ਦਮ ਘੱਟ ਨਹੀਂ ਹੋ ਸਕਦੀ, ਪਰ ਇਸ ਦੀ ਕੋਈ ਠੋਸ ਰੂਪ ਰੇਖਾ ਤਾਂ ਬਣਾਈ ਹੀ ਜਾਣੀ ਚਾਹੀਦੀ ਹੈ। ਡੰਡੀ ਇਹ ਰੂਪ ਰੇਖਾ ਤਾਂ ਹੀ ਬਣ ਸਕਦੀ ਹੈ ਜਦੋਂ ਸਾਡੇ ਉੱਦਮੀ ਮੈਨੂਫੈਕਚਰਿੰਗ ਖੇਤਰ ਵਿੱਚ ਆਪਣੀ ਉਤਪਾਦਨ ਸਮਰੱਥਾ ਵਧਾਉਣ ਲਈ ਸਰਗਰਮ ਹੋਣ। ਡੰਡੀ ਰੱਖਿਆ ਤੇ ਸਿਹਤ ਖੇਤਰ ਵੱਲ ਖਾਸ ਤੌਰ 'ਤੇ ਧਿਆਨ ਦੇਣ ਦੀ ਲੋੜ ਹੈ। ਡੰਡੀ ਨਿਸ਼ਚਿਤ ਤੌਰ 'ਤੇ ਇਸ ਵਿੱਚ ਸਰਕਾਰ ਨੂੰ ਵਾਧੂ ਉਤਸ਼ਾਹ ਦੇਣਾ ਹੋਵੇਗਾ, ਪਰ ਇਹ ਕੋਸ਼ਿਸ਼ ਤਾਂ ਸਨਅਤਕਾਰਾਂ ਨੂੰ ਹੀ ਕਰਨੀ ਹੋਵੇਗੀ ਕਿ ਉਹ ਗਲੋਬਲ ਵੈਲਿਊ ਚੇਨ ਦਾ ਹਿੱਸਾ ਬਣਨ ਤੇ ਚੀਨ ਦੀ ਇਜਾਰੇਦਾਰੀ ਨੂੰ ਤੋੜਨ। ਡੰਡੀ ਆਤਮ ਨਿਰਭਰ ਭਾਰਤ ਮੁਹਿੰਮ ਦੀ ਸਮੀਖਿਆ ਕਰਦੇ ਹੋਏ ਇਸ 'ਤੇ ਵੀ ਵਿਚਾਰ ਕੀਤਾ ਜਾਵੇ ਕਿ ਚੀਨ ਤੋਂ ਬਾਹਰ ਨਿਕਲਣ ਵਾਲੀਆਂ ਬਹੁਕੌਮੀ ਕੰਪਨੀਆਂ ਨੇ ਭਾਰਤ ਨੂੰ ਆਪਣਾ ਪਹਿਲਾ ਪਸੰਦੀਦਾ ਟਿਕਾਣਾ ਕਿਉਂ ਨਹੀਂ ਮੰਨਿਆ। ਪ੍ਰਸ਼ਨ ਚਿੰਨ੍ਹ ਇਸ ਸਵਾਲ 'ਤੇ ਕੇਂਦਰ ਦੇ ਨਾਲ ਨਾਲ ਸੂਬਾ ਸਰਕਾਰਾਂ ਨੂੰ ਵੀ ਵਿਚਾਰ ਕਰਨਾ ਹੋਵੇਗਾ ਕਿ ਚੀਨ ਦਾ ਦਬਦਬਾ ਘਟਾਉਣ ਲਈ ਕੀ ਕੀਤਾ ਜਾਵੇ। ਡੰਡੀ ਸਟਾਰਟ ਰਾਜਦੀਪ ਇੱਕ ਗਰੀਬ ਮਜ਼ਦੂਰ ਦਾ ਸਪੁੱਤਰ ਸੀ ਤੇ ਉਹ 8ਵੀਂ ਜਮਾਤ ਵਿੱਚ ਪੜ੍ਹਦਾ ਸੀ। ਡੰਡੀ ਇੱਕ ਦਿਨ ਉਸ ਦੇ ਪਿਤਾ ਜੀ ਦਿਹਾੜੀ ਕਰਕੇ ਜਦ ਵਾਪਸ ਆ ਰਹੇ ਸਨ ਤਾਂ ਕੋਈ ਵਾਹਨ ਉਹਨਾਂ ਨੂੰ ਟੱਕਰ ਮਾਰ ਗਿਆ। ਡੰਡੀ ਇਸ ਹਾਦਸੇ ਵਿੱਚ ਉਸ ਦੇ ਪਿਤਾ ਦੀਆਂ ਲੱਤਾਂ ਬਾਹਾਂ ਟੁੱਟ ਗਈਆਂ। ਡੰਡੀ ਹਸਪਤਾਲ ਦਾ ਖਰਚ ਤਾਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਕਰ ਦਿੱਤਾ, ਪਰੰਤੂ ਹੁਣ ਉਹਨਾਂ ਦੀ ਕਮਾਈ ਬੰਦ ਹੋ ਗਈ ਅਤੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਗਿਆ। ਡੰਡੀ ਉਸ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਜੋ ਲੈ ਆਉਂਦੀ, ਉਸ ਨਾਲ ਉਸ ਦੇ ਪਿਤਾ ਜੀ ਦੀਆਂ ਦਵਾਈਆਂ ਵੀ ਨਾ ਆਉਂਦੀਆਂ। ਡੰਡੀ ਰਾਸ਼ਨ ਵਾਲੇ ਨੇ ਉਹਨਾਂ ਨੂੰ ਉਧਾਰ ਦੇਣਾ ਬੰਦ ਕਰ ਦਿੱਤਾ। ਡੰਡੀ ਰਾਜਦੀਪ ਦੀ
ਭਾਵੇਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਕਾਰਨ ਕੋਈ ਫੀਸ ਨਹੀਂ ਸੀ, ਪਰ ਫਿਰ ਵੀ ਕਾਪੀਆਂ ਪੈਨ ਆਦਿ ਖਰੀਦਣ ਲਈ ਪੈਸਿਆਂ ਦੀ ਦਿੱਕਤ ਆਉਣ ਲੱਗੀ। ਡੰਡੀ ਰਾਸ਼ਨ ਦੀ ਦੁਕਾਨ ਵਾਲੇ ਸੇਠ ਨੇ ਰਾਜਦੀਪ ਨੂੰ ਦੁਕਾਨ 'ਤੇ ਕੰਮ ਕਰਨ ਬਦਲੇ ਪੜ੍ਹਾਈ ਕਰਵਾਉਣ ਅਤੇ ਕੁਝ ਤਨਖਾਹ ਦੇਣ ਦੀ ਸ਼ਰਤ 'ਤੇ ਦੁਕਾਨ ਵਿੱਚ ਕੰਮ ਕਰਨ ਲਈ ਰੱਖ ਲਿਆ। ਡੰਡੀ ਪਰ ਦੁਕਾਨ ਦੀ ਘੱਟ ਕਮਾਈ ਦੇ ਬਹਾਨੇ ਲਾ ਕੇ 6 ਮਹੀਨੇ ਉਸ ਨੂੰ ਬਹੁਤ ਥੋੜ੍ਹਾ ਮਿਹਨਤਾਨਾ ਦਿੱਤਾ। ਡੰਡੀ ਇੱਕ ਦਿਨ ਰਾਜਦੀਪ ਦੇ ਟੱਬਰ 'ਚੋਂ ਚਾਚਾ ਲੱਗਦੇ ਦਲੀਪ ਨੇ ਵੀ ਆਪਣੀ ਦੁਕਾਨ ਖੋਲ੍ਹ ਲਈ। ਡੰਡੀ ਉਸ ਨੇ ਰਾਜਦੀਪ ਨੂੰ ਆਪਣੀ ਦੁਕਾਨ 'ਤੇ ਰੱਖ ਲਿਆ। ਡੰਡੀ ਉਹਨਾਂ ਦੋਹਾਂ ਨੇ ਬਹੁਤ ਮਿਹਨਤ ਕੀਤੀ ਅਤੇ ਉਹਨਾਂ ਦੀ ਦੁਕਾਨ ਵਧੀਆ ਚੱਲ ਪਈ। ਡੰਡੀ ਉਹਨਾਂ ਦੀ ਦੁਕਾਨ 'ਤੇ ਜ਼ਿਆਦਾ ਗਾਹਕ ਆਉਣ ਲੱਗੇ, ਜਿਸ ਦੇ ਅਸਰ ਕਾਰਨ ਸੇਠ ਦੀ ਕਮਾਈ ਘਟ ਗਈ। ਡੰਡੀ ਫਿਰ ਇੱਕ ਦਿਨ ਬਾਲ ਮਜ਼ਦੂਰੀ ਦੇ ਦੋਸ਼ ਵਿੱਚ ਪੁਲਿਸ ਰਾਜਦੀਪ ਦੀ ਮਾਂ ਅਤੇ ਉਸ ਦੇ ਚਾਚੇ ਨੂੰ ਗ੍ਰਿਫਤਾਰ ਕਰਕੇ ਲੈ ਗਈ। ਡੰਡੀ ਦੁਪਹਿਰ ਹੋ ਚੁੱਕੀ ਸੀ। ਸਵੇਰ ਤੋਂ ਸ਼ਹਿਰ ਦੇ ਚੌਕ ਵਿੱਚ ਖਲੋ ਕੇ ਡਿਊਟੀ ਦਿੰਦਿਆਂ ਉਸ ਦਾ ਸਰੀਰ ਜਵਾਬ ਦੇ ਚੁੱਕਾ ਸੀ। ਡੰਡੀ ਉਸ ਨੇ ਕਈ ਵਾਰੀ ਸੋਚਿਆ ਕਿ ਇਸ ਉਮਰ ਵਿੱਚ ਸਵੈ ਇੱਛਤ ਸੇਵਾ ਮੁਕਤੀ ਲੈ ਕੇ ਪੁਲਿਸ ਦੀ ਇਸ ਸਖਤ ਨੌਕਰੀ ਤੋਂ ਸਦਾ ਲਈ ਖਹਿੜਾ ਛੁਡਾ ਲਵੇ, ਪਰ ਘਰ ਵਿੱਚ ਜਵਾਨ ਹੋਈਆਂ ਕੁੜੀਆਂ ਦੇ ਵਿਆਹ ਦਾ ਫਿਕਰ ਕਰਦਿਆਂ ਉਹ ਇਸ ਸੋਚ ਨੂੰ ਬਦਲ ਲੈਂਦਾ ਅਤੇ ਕੋਹਲੂ ਦੇ ਬੈਲ ਵਾਂਗੂ ਮੁੜ ਡਟ ਜਾਂਦਾ। ਡੰਡੀ ਛੋਟੀ ਉਮਰ ਦੇ ਸਿਪਾਹੀ ਉਸ ਨਾਲ ਡਿਊਟੀ 'ਤੇ ਤਾਂ ਆਉਂਦੇ, ਪਰ 2-4 ਦਿਨਾਂ ਬਾਅਦ ਕੋਈ ਨਾ ਕੋਈ ਸਿਫਾਰਿਸ਼ ਲਗਾ ਕੇ ਕਿਸੇ ਸੌਖੀ ਥਾਂ 'ਤੇ ਡਿਊਟੀ ਲਗਵਾ ਕੇ ਚਲੇ ਜਾਂਦੇ। ਡੰਡੀ ਇਸ ਤਰ੍ਹਾਂ ਹੁੰਦਾ ਦੇਖ ਉਹ ਮਨ ਹੀ ਮਨ ਆਪਣੇ ਰਿਸ਼ਤੇਦਾਰਾਂ ਨੂੰ ਕੋਸਣ ਲੱਗ ਜਾਂਦਾ। ਡੰਡੀ ਸਾਡੀ ਤਾਂ ਦੂਰੋਂ ਨੇੜਿਓਂ ਰਿਸ਼ਤੇਦਾਰੀ ਵਿੱਚ ਕੋਈ ਮੰਤਰੀ MLA ਜਾਂ ਕੋਈ ਇਹਨਾਂ ਦਾ PA ਤੱਕ ਵੀ ਨਹੀਂ ਹੈ ਜਿਸ ਨੂੰ ਕਹਿ ਕੇ ਸੌਖੇ ਹੋ ਜਾਈਏ। ਡੰਡੀ ਚਲੋ ਕਿਸਮਤ ਦੀਆਂ ਖੇਡਾਂ ਹਨ। ਡੰਡੀ ਉਹਨਾਂ ਨੇ ਜੋ ਕੁਝ ਭਾਗਾਂ ਵਿੱਚ ਲਿਖਿਆ ਭੋਗਣਾ ਹੀ ਪੈਣਾ। ਡੰਡੀ ਇੰਜ ਸੋਚਦਿਆਂ ਉਸਨੇ ਘੜੀ ਵੱਲ ਦੇਖਿਆ ਤਾਂ ਕਾਫੀ ਸਮਾਂ ਹੋ ਚੁੱਕਿਆ ਸੀ। ਡੰਡੀ ਪਿੰਡ ਨੂੰ ਜਾਣ ਵਾਲੀ ਆਖਰੀ ਬੱਸ ਵੀ ਫੜਨੀ ਸੀ। ਡੰਡੀ ਉਸ ਨੇ ਛੇਤੀ ਆਪਣਾ ਰੋਟੀ ਵਾਲਾ ਟਿਫਨ ਬੈਗ ਵਿੱਚ ਪਾਇਆ ਅਤੇ ਕਾਹਲੀ ਬੱਸ ਸਟੈਂਡ ਨੂੰ ਹੋ ਤੁਰਿਆ। ਡੰਡੀ ਬੱਸ ਵਿੱਚ ਬੈਠਣ ਤੋਂ ਪਹਿਲਾਂ ਹੀ ਕੰਡਕਟਰ ਉਸ ਵੱਲ ਘੂਰ ਕੇ ਦੇਖ ਰਿਹਾ ਸੀ ਅਤੇ ਉਸ ਨੂੰ ਸੁਣਾਉਣ ਲਈ ਕੋਲ ਖੜ੍ਹੇ ਡਰਾਈਵਰ ਨੂੰ ਕਹਿ ਰਿਹਾ ਸੀ, ਆ ਗਏ ਫਰੀ ਸਾਹਿਬ। ਇਸ ਦਾ ਰੋਜ਼ ਦਾ ਹੀ ਕੰਮ ਹੈ। ਮੌਜ ਨਾਲ ਸੀਟ ਮੱਲ ਕੇ ਬਹਿ ਜਾਂਦਾ ਜਿਵੇਂ ਇਸ ਦੇ ਬਾਪ ਦੀ ਬੱਸ ਹੋਵੇ। ਡੰਡੀ ਇਸ ਵਿੱਚ ਵੀ ਡੀਜ਼ਲ ਪੈਂਦਾ ਹੈ, ਇਹ ਕਿਹੜਾ ਪਾਣੀ ਨਾਲ ਚੱਲਦੀ ਹੈ। ਡੰਡੀ ਇਹ ਸਭ ਕੁਝ ਸੁਣ ਕੇ ਵੀ ਉਹ ਮਜਬੂਰੀ ਵਸ ਬੱਸ ਵਿੱਚ ਬੈਠ ਗਿਆ। ਡੰਡੀ ਟਿਕਟਾਂ ਕੱਟਦਾ ਹੋਇਆ ਕੰਡਕਟਰ ਫਿਰ
ਉਸ ਪਾਸ ਆ ਕੇ ਕੁਝ ਨਾ ਕੁਝ ਬੋਲਦਾ ਰਿਹਾ, ਪਰ ਉਸਨੇ ਕੋਈ ਧਿਆਨ ਨਾ ਦਿੱਤਾ। ਡੰਡੀ ਘਰੇ ਪਹੁੰਚਣ 'ਤੇ ਉਸ ਦੇ ਘਰ ਵਾਲੀ ਤੇ ਉਸ ਦੀਆਂ ਦੋਵੇਂ ਬੇਟੀਆਂ ਭੱਜ ਕੇ ਉਸ ਪਾਸ ਆ ਗਈਆਂ। ਡੰਡੀ ਵੱਡੀ ਬੇਟੀ ਪਾਣੀ ਦਾ ਗਲਾਸ ਫੜਾਉਂਦਿਆਂ ਹੋਇਆਂ ਕਹਿਣ ਲੱਗੀ, ਪਾਪਾ ਕਿਵੇਂ ਰਿਹਾ ਅੱਜ ਦਾ ਦਿਨ? ਵਧੀਆ ਰਿਹਾ। ਪ੍ਰਸ਼ਨ ਚਿੰਨ੍ਹ। ਉਹ ਕੁਝ ਸੋਚ ਕੇ ਵਧੀਆ ਕਹਿੰਦਾ, ਹੋਣਾ ਪੁੱਤਰ, ਜਦੋਂ ਮਜਬੂਰੀਆਂ ਨਾਲ ਲੜਾਈ ਹੋਵੇ ਤੇ ਲੜਨ ਦਾ ਕੋਈ ਸਹਾਰਾ ਵੀ ਨਾ ਹੋਵੇ, ਫਿਰ ਤੂੰ ਦੱਸ ਕੋਈ ਕਿਵੇਂ ਲੜ ਸਕਦਾ ਹੈ? ਡੰਡੀ ਹੁਣ ਤਾਂ ਤੁਹਾਡੇ 'ਤੇ ਹੀ ਸਭ ਕੁਝ, ਤੁਹਾਡਾ ਰਿਸ਼ਤਾ ਬਾਹਰ ਹੋ ਜਾਵੇ ਤੇ ਮੈਂ ਵੀ ਸਵੈ ਇੱਛਤ ਸੇਵਾ ਮੁਕਤੀ ਲੈ ਕੇ ਤੁਹਾਡੇ ਨਾਲ ਚਲਾ ਜਾਵਾਂ। ਡੰਡੀ ਇੱਥੇ ਤਾਂ ਉਹ ਕੰਡਕਟਰ ਨਹੀਂ ਸਾਰਾ ਸਿਸਟਮ। ਇੰਨਾ ਕਹਿ ਕੇ ਉਹ ਚੁੱਪ ਹੋ ਗਿਆ। ਡੰਡੀ ਪੈਰਾ। ਬਲਬੀਰ ਸਿਆਂ ਪੁੱਤ ਵਿੱਤ ਅਨੁਸਾਰ ਹੀ ਚੱਲੀ, ਐਵੇਂ ਨਹੀਂ ਕਿਸੇ ਨੂੰ ਵੇਖ। ਡੰਡੀ ਬਚਨ ਕੌਰ ਆਪਣੇ ਜਵਾਈ ਨੂੰ ਮੱਤਾਂ ਦੇ ਰਹੀ ਸੀ। ਡੰਡੀ ਬੇਬੇ ਇਹ ਤਾਂ ਜਵਾਕਾਂ ਤੇ ਉਹਨਾਂ ਦੀ ਮਾਂ ਦੀ ਮਰਜ਼ੀ ਚੱਲਣੀ ਹੈ, ਮੇਰੀ ਕਿਹਨੇ ਸੁਣਨੀ ਹੈ? ਡੰਡੀ ਖਿਲਾਰਾ ਤਾਂ ਤੂੰ ਵੇਖੀ ਜਾਣੀ ਏ। ਡੰਡੀ ਬਲਬੀਰ ਸਿੰਘ ਕਿਸੇ ਡੂੰਘੀ ਸੋਚ ਵਿੱਚ ਪਿਆ ਹੋਇਆ ਸੀ। ਡੰਡੀ ਬਚਨ ਕੌਰ ਨੇ ਆਪਣੀ ਧੀ ਨੂੰ ਵੀ ਖਰਚੇ ਬਾਬਤ ਸਮਝਾਇਆ। ਡੰਡੀ ਬਚਨ ਕੌਰ ਆਪਣੀ ਦੋਤੀ ਦੇ ਵਿਆਹ ਆਈ ਹੋਈ ਸੀ। ਉਹ ਇਸ ਘਰ ਦੀ ਮਾਲੀ ਹਾਲਤ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਡੰਡੀ ਥੋੜ੍ਹੀ ਜ਼ਮੀਨ ਹੋਣ ਕਰਕੇ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਸੀ ਤੇ ਉੱਪਰੋਂ ਦੋ ਧੀਆਂ। ਡੰਡੀ ਆਪਣੇ ਮੁੰਡਿਆਂ ਨੂੰ ਕਹਿ ਉਸ ਨਾਨਕੀ ਸ਼ੱਕ ਲਈ ਚੰਗਾ ਹਿੱਸਾ ਪਾਇਆ ਸੀ। ਡੰਡੀ ਪਰ ਹੋ ਰਹੇ ਖਰਚੇ ਨੂੰ ਵੇਖ ਉਸ ਨੂੰ ਧੜਕੂ ਲੱਗਾ ਹੋਇਆ ਸੀ ਕਿ ਪਹਿਲਾਂ ਹੀ ਥੋੜ੍ਹੀ ਜ਼ਮੀਨ ਵਿੱਚੋਂ ਹੋਰ ਖੁਰ ਜਾਣੀ ਹੈ। ਡੰਡੀ ਅੱਜ ਨਵੇਂ ਫੈਸ਼ਨ ਮੁਤਾਬਕ ਲੇਡੀਜ਼ ਸੰਗੀਤ ਦੀ ਰਸਮ ਸੀ। ਡੰਡੀ ਬਹੁਤ ਵੱਡੇ ਸ਼ਮਿਆਨੇ ਵਿੱਚ ਸੈਂਕੜੇ ਲੋਕਾਂ ਦਾ ਇਕੱਠ ਸੀ। ਡੰਡੀ ਖਾਣ ਵਾਲਿਆਂ ਵੱਲੋਂ ਖਾਧਾ ਘੱਟ ਤੇ ਵਿਅਰਥ ਜ਼ਿਆਦਾ ਕੀਤਾ ਜਾ ਰਿਹਾ ਸੀ। ਡੰਡੀ ਮੁਰਗੇ ਖਾਣ ਵਾਲਿਆਂ ਵੱਲ ਵੇਖ ਲੱਗਦਾ ਸੀ ਜਿਵੇਂ ਹੱਡਾ ਰੋੜੀ ਵਿੱਚ ਬੈਠੇ ਹੋਣ। ਡੰਡੀ